नित ध्याऊं हृदय नित श्री गुरु रामदास गुण गाऊं। गोरे अर्जुन बेघनन के नाशक घनन के श्री हरि गोबिंद शुभ सुमत परकार। श्री हर राय नमो कर जोरी नमो कर। श्री हर कृष्ण मनाऊं बहोरी। तेग बहादुर परम कृपाला वाहिगुरु परम श्री गुरु गोबिंद सिंह विशाला। तारों तरा पर पुन पुन सीसा वाहिगुरु पुन पुन। बंदों बार बार जगदीशा। या मैं अमृत ज्ञान है मानिक भगत बैराग। श्री गुरु ग्रंथ साहिब उदध बंदों कार्य अनुराग। एकंकारा सतगुरु तेह प्रसाद सच होए। वाहिगुरु जी की फतेह है बेघन बिनासन सोए। वाहिगुरु जी की फतेह है बेघन बिनासन सोए। हाँ जी। वैसे अंगद राज ही बंदे पद अरविंद। हृदय प्रसिद्ध सतगुरु कह रहे चित गोविंद। जुगो जुगे अटालम शतर चवर तख्त दे मालिक सतगुरां दी पावन पवित्र हजूरी विच जुड़ बैठे सत संगी जनों। वडभागे हो जिथे अमृतमयी पावन गुरबाणी दे कीर्तन आप जी ने हुणे श्रवण कीते। जगत गुरु गुरु नानक साहब सतगुरां दे आ रहे प्रकाश पुरब नूं समर्पित साहिबां दे जीवन इतिहास दी जो विचार आपां आरंभ कीती है। कल दे पिछले प्रसंग विच आप जी ने श्रवण कीता कि किस तरह भाई बाला जी जिन्हां दे नाल गुरु अंगद देव साहिब सच्चे पातशाह जी ने सिख भेजिया जिहदा नाम है लाला पन्नू। ये दोनों खडूर साहिब की धरती तो चले तलवंडी नगर के अंदर पहुँचे। चाचा लालू जी जो गुरु नानक साहब के चाचा जी ने उन्हां दे घर पहुँचे। सारी बिरथा दसी किवें गुरु अंगद पातशाह जी ने भेजिया। विचारां भी बड़ियां होईयां। दसिया कि असीं साहिबां दी जन्म पत्री लैण वास्ते आए हाँ। बड़े कागज़ एक जगह ते मौजूद ने। 5 दिनां दी मेहनत तो बाद वो पत्री मिली है। उस पत्री नूं लैके जदों ये वापस चले ने रस्ते विच फिर चाचा लालू जी मिले।
ਆਪਣੇ ਵੱਲੋਂ 5 ਪੈਸੇ ਤੇ ਨਾਰੀਅਲ ਦੇ ਕੇ ਆਖਿਆ ਰਹਿਮਤ ਕਰਨੀ, ਮੇਰੇ ਵੱਲੋਂ ਬੇਨਤੀ ਕਰਨੀ ਕਿ ਸੱਚੇ ਪਾਤਸ਼ਾਹ ਧੀਰਜ ਧਰਤੀ ਵਰਗਾ ਰੱਖਣਾ, ਤੇ ਜੇ ਸਤਿਗੁਰਾਂ ਦਾ ਪਰਿਵਾਰ ਸ਼੍ਰੀ ਚੰਦ ਲਖਮੀ ਦਾਸ ਕੁਝ ਮੰਦਾ ਵੀ ਬੋਲਦਾ ਉਹਨਾਂ ਨੂੰ ਛਿਮਾ ਕਰਨਾ, ਇਹ ਮੇਰੇ ਵੱਲੋਂ ਬੇਨਤੀ ਕਰਦੇ ਨੇ। ਹੁਣ ਇਹ ਦੋਨੋਂ ਸਿੱਖ ਤਲਵੰਡੀ ਨਗਰ ਤੋਂ ਚੱਲੇ ਨੇ, ਖਡੂਰ ਸਾਹਿਬ ਦੇ ਵੱਲ ਪਹੁੰਚੇ। ਉਸ ਧਰਤੀ 'ਤੇ ਕੀ ਕੁਝ ਹੁਣ ਗੁਰੂ ਸਾਹਿਬ ਨਾਲ ਇਹਨਾਂ ਦੀ ਵਾਰਤਾਲਾਪ ਹੋਏਗੀ, ਕੀ ਕੁਝ ਅੱਗੇ ਵਾਪਰਦਾ ਹੈ, ਕਿਉਂਕਿ ਇਸ ਤੋਂ ਅੱਗੇ ਹੁਣ ਗੁਰੂ ਨਾਨਕ ਸਾਹਿਬ ਦੇ ਆਗਮਨ ਦਾ ਕਾਰਨ ਕੀ ਸੀ ਇਹ ਵਿਚਾਰਿਆ ਜਾਏਗਾ। ਇਤਿਹਾਸ ਇਸ ਜਗ੍ਹਾ ਤੋਂ ਸ਼ੁਰੂ ਹੋਣਾ ਹੈ। ਸੋ ਸਤਿਗੁਰੂ ਰਹਿਮਤ ਕਰਨ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਪਣੀਆਂ ਮਨੋਬ੍ਰਿਤੀਆਂ ਨੂੰ ਕਰੋ ਇਕਾਗਰ, ਰਸਨਾ ਨੂੰ ਕਰੋ ਪਵਿੱਤਰ, ਕਰੋ ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ। ਵੈਸੇ ਅੰਗਦ ਰਾਜੇ ਬੰਦੇ ਪਦ ਅਰਵਿੰਦ। ਕਵੀ ਸੰਤੋਖ ਸਿੰਘ ਜੀ ਕਹਿੰਦੇ ਕਿ ਜਿੱਥੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਬਿਰਾਜਮਾਨ ਹਨ, ਬੈਠੇ ਹੋਏ ਨੇ, ਇਹ ਦੋਨੋਂ ਸਿੱਖ ਉਸ ਜਗ੍ਹਾ 'ਤੇ ਪਹੁੰਚ ਗਏ, ਖਡੂਰ ਸਾਹਿਬ ਪਹੁੰਚ ਚੁੱਕੇ ਹਨ। ਇਹਨਾਂ ਦੋਨਾਂ ਨੇ ਜਾਂਦਿਆਂ ਹੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਤੇ ਸਿਰ ਰੱਖ ਕੇ ਬੰਦਨਾ ਕੀਤੀ ਹੈ। ਇਹਦੇ ਪ੍ਰਸਿੱਧੇ ਸਤਿਗੁਰੂ ਕਹਿ ਰਹੇ ਚਿੱਤ ਗੋਬਿੰਦ। ਭਾਈ ਸਾਹਿਬ ਜੀ ਕਹਿੰਦੇ ਇਹਨਾਂ ਦੋਨਾਂ ਨੇ ਜਦੋਂ ਨਮਸਕਾਰ ਕੀਤੀ, ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ ਇਹਨਾਂ ਦੋਵਾਂ 'ਤੇ, ਬੜੇ ਖੁਸ਼ ਹੋਏ ਨੇ ਇਹਨਾਂ 'ਤੇ। ਨਾਲ ਹੀ ਗੁਰੂ ਸਾਹਿਬ ਨੇ ਇੱਕ ਅਸੀਸ ਵੀ ਇਹਨਾਂ ਦੋਨਾਂ ਨੂੰ ਬਖਸ਼ੀ। ਅਸੀਸ ਕੀ ਹੈ ਕਿ ਤੁਹਾਡੇ ਚਿੱਤ ਦੇ ਅੰਦਰ, ਤੁਹਾਡੇ ਹਿਰਦੇ ਦੇ ਅੰਦਰ ਸਦਾ ਆਨੰਦ ਬਣਿਆ ਰਵੇ, ਖੁਸ਼ੀ ਖੇੜਾ ਬਣਿਆ ਰਵੇ ਕਿ ਤੁਸੀਂ ਇੰਨਾ ਵੱਡਾ ਕਾਰਜ ਕਰਕੇ ਆਏ ਹੋ, ਕਾਰਜ ਵੀ ਸਫਲ ਹੋਇਆ ਹੈ। ਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਕਹਿੰਦੇ ਦੋਨਾਂ ਦੇ ਚਿੱਤ ਦੇ ਅੰਦਰ ਪ੍ਰਮਾਤਮਾ ਦਾ ਆਨੰਦ ਵਸਦਾ ਰਹੇ। ਖੁਸ਼ੀ ਬਹੁਤ ਬਾਲੇ ਵਰ ਕੀਨੀ, ਕੋਨ ਬਦਲੀ ਆਪਣੇ ਕਰ ਲੈਨੀ। ਭਾਈ ਸਾਹਿਬ ਜੀ ਆਖਦੇ ਨੇ ਬੜੀ ਖੁਸ਼ੀ ਬਾਲੇ ਤੇ ਕੀਤੀ, ਬੜੀਆਂ ਰਹਿਮਤਾਂ, ਬੜੀਆਂ ਅਸੀਸਾਂ ਬਾਲੇ ਨੂੰ ਬਖਸ਼ੀਆਂ ਗੁਰੂ ਸਾਹਿਬ ਨੇ। ਅਸੀਸਾਂ ਵੀ ਬਖਸ਼ੀਆਂ ਤੇ ਉਪਰੰਤ ਉਹ ਜਨਮ ਪੱਤਰੀ ਮੇਰੇ ਪਾਤਸ਼ਾਹ ਜੀ ਨੇ ਆਪਣੇ ਹੱਥ ਵਿੱਚ ਲੈ ਲਈ। ਭਾਵ ਬਾਲੇ ਨੇ ਬੜੇ ਅਦਬ, ਬੜੇ ਸਤਿਕਾਰ ਨਾਲ ਉਹ ਪੱਤਰੀ ਅੱਗੇ ਕੀਤੀ ਤੇ ਸਤਿਗੁਰਾਂ ਨੇ ਹੱਥ ਵਿੱਚ ਲਈ ਹੈ। ਸਾਦਰ ਸੋ ਨਿਜ ਸੀਸ ਚੜਾਈ, ਭਾਉ ਬਹੁਤ ਕਰ ਔਰ ਮਨ ਲਾਈ। ਜਿਸ ਵੇਲੇ ਕੋਈ ਬੜੇ ਅਦਬ, ਬੜੇ ਸਤਿਕਾਰ ਵਾਲੀ ਚੀਜ਼ ਸਾਨੂੰ ਮਿਲਦੀ ਹੈ ਨਾ, ਅਸੀਂ ਕੀ ਕਰਦੇ, ਆਪਣੇ ਦੋਨਾਂ ਹੱਥਾਂ ਵਿੱਚ ਲੈ ਕੇ ਉਹਨੂੰ ਆਪਣੇ ਸਿਰ 'ਤੇ ਪਹਿਲਾਂ ਰੱਖਦੇ ਹਾਂ, ਆਪਣੇ ਸਿਰ 'ਤੇ ਪਹਿਲਾਂ ਰੱਖਦੇ ਹਾਂ। ਉਸੇ ਤਰ੍ਹਾਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਪੱਤਰੀ ਨੂੰ ਪਕੜਿਆ, ਆਪਣੇ ਸਿਰ ਦੇ ਉੱਪਰ। ਕਹਿਣ ਦਾ ਭਾਵ ਹੈ ਕਿ ਸਿਰਮੌਰ ਹੈ, ਸਿਰਮੌਰ ਹੈ, ਸ੍ਰੇਸ਼ਟ ਹੈ, ਸਿਰ ਦੇ ਉੱਪਰ ਰੱਖੀ ਤੇ ਫਿਰ ਉਸੇ ਪੱਤਰੀ ਨੂੰ ਹੱਥ ਵਿੱਚ ਲੈ ਕੇ ਆਪਣੇ ਸੀਨੇ ਨਾਲ ਲਾ ਲਿਆ, ਬੜੇ ਪਿਆਰ ਨਾਲ। ਇੱਕ ਕਾਰਨ ਵੀ ਹੈ, ਜਦੋਂ ਗੁਰੂ ਅੰਗਦ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਨਾ ਆਪਾਂ, ਉਹਨਾਂ ਦੇ ਸ਼ਲੋਕ ਨੇ ਗੁਰੂ ਅੰਗਦ ਪਾਤਸ਼ਾਹ ਜੀ ਦੇ, ਉਹਨਾਂ ਦਾ ਜਿਹੜਾ ਪਹਿਲਾ ਸ਼ਲੋਕ ਹੈ ਨਾ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਉਹਨਾਂ ਆਪਣੇ ਪਹਿਲੇ ਸ਼ਲੋਕ ਦੇ ਅੰਦਰ ਜਿਹੜੇ ਬਚਨ ਕਹੇ ਨੇ, ਆਖਿਆ ਕਿ ਜਦੋਂ ਪਿਆਰਾ, ਜਦੋਂ ਖਸਮ ਕੋਲ ਨਾ ਹੋਵੇ, ਜਦੋਂ ਖਸਮ, ਤੇ ਉਸ ਖਸਮ ਤੋਂ ਬਿਨਾ ਇਸ ਸੰਸਾਰ ਦੇ ਅੰਦਰ ਰਹਿਣਾ ਤ੍ਰਿਕਾਰ ਦੇ ਯੋਗ ਹੈ। ਖਸਮ ਤੋਂ ਬਿਨਾ, ਪਿਆਰੇ ਤੋਂ ਬਿਨਾ। ਉਹਨਾਂ ਸ਼ਬਦ ਬੜੇ ਕਮਾਲ ਦੇ ਗੁਰੂ ਅੰਗਦ ਸਾਹਿਬ ਜੀ ਨੇ ਵਰਤੇ। ਧ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨ। ਤੇ ਸ਼ੁਰੂਆਤ ਹੈ ਇਸ ਸ਼ਲੋਕ ਦੀ, ਜਿਸ ਪਿਆਰੇ ਸਿਓ ਨੇਹ ਤਿਸ ਆਗੈ ਮਰ ਚੱਲੀ ਹੈ। ਉੱਥੇ ਗੱਲਾਂ ਬਾਤਾਂ ਨਹੀਂ, ਉੱਥੇ ਕੋਈ ਸ਼ਬਦਾਂ ਦਾ ਜਾਲ ਨਹੀਂ, ਸ਼ਬਦਾਂ ਦੀ ਬਨਾਵਟ ਨਹੀਂ। ਜਿਸ ਪਿਆਰੇ ਨਾਲ ਨੇਹ ਹੈ, ਜਿਸ ਪਿਆਰੇ ਨਾਲ ਪਿਆਰ ਹੈ, ਉਹਦੇ ਅੱਗੇ ਕੁਰਬਾਨ ਹੋ ਜਾਣਾ ਬਣਦਾ ਹੈ। ਤੇ ਉਹਦੇ ਤੋਂ ਬਿਨਾਂ ਇਸ ਸੰਸਾਰ ਵਿੱਚ ਰਹਿਣਾ ਤ੍ਰਿਕਾਰ ਦੇ ਯੋਗ। ਕਿਉਂਕਿ ਜਦੋਂ ਇਸ ਪ੍ਰਸੰਗ ਦੀ ਕਥਾ ਦੀ ਸ਼ੁਰੂਆਤ ਹੋਈ ਨਾ, ਕਵੀ ਸੰਤੋਖ ਸਿੰਘ ਨੇ ਬੜੇ ਕਮਾਲ ਦੇ ਬਚਨ ਕਹੇ ਨੇ। ਉਹਨੇ ਆਖਿਆ, ਗੁਰੂ ਅੰਗਦ ਪਾਤਸ਼ਾਹ ਬੈਠਦੇ ਨੇ ਰੋਜ਼, ਇੱਕ ਦਿਨ ਆਸਨ ਡਾਸ ਅਸੀਨ ਸੋ ਧਿਆਨ ਵਿਖੈ ਗੁਰ ਅੰਗਦ ਹੋਏ, ਗੁਰੂ ਨਾਨਕ ਕੇ ਪਦ ਪੰਕਜ ਲੀਨ।
मैं तां बेनती कर रहा, इन्हां पंक्तियां की समझ तां आएगी कि इन्ना प्यार क्यों। शुरुआत दियाँ पहलियां ही पंक्तियां ने इस ग्रंथ दियाँ भाई साहब ने उस दिन विचार की सी। एक दिन आसन डास असीन सो ध्यान विखै गुर अंगद होए। बैठ गए एक दिन, अखां बंद कीतियां, ध्यान विच गुरु नानक के पद पंकज लीन, निरंतर ही मुंद लोचन कोय। लगातार नेत्र बंद ने ते गुरु अंगद साहब सच्चे पातशाह जी के नेत्रां दे विच गुरु नानक साहब के चरण वस रहे हैं। इन्ना प्यार है। त्रिक जीवन संसार एवें नहीं लिख दिता ताकै पाछै जीवन। हुण जन्म पत्री गुरु नानक साहब की जिहड़ी भी वत है वो अंदरों गुरु नानक साहब के दर्शन हो रहे हैं। उन्होंने पहला सिर ते रख लई, फिर कहते बड़े प्यार दे नाल भाव बहुत कर उर महलाई। बड़े प्यार नाल बड़ी भावना नाल उस गुरु नानक साहब जी की पत्री नूं गुरु अंगद पातशाह जी ने अपने सीने दे नाल लाया है। दर्शन तुम करवाओ गुर का, वाहिगुरू जिस ते भ्रम भाग्यो है उनका। कहते बालिया तेरा शुक्र है, तू अज मानो मैनू गुरु के दर्शन करवा दिते ने। गुरु की जिहड़ी चीज़ है, जिस वथ का जिस वस्तु का संबंध गुरु के नाल है ना, जिस वस्तु का संबंध, वेखो फर्क की है। आ पीड़े बड़े ने, आम तुहानूं ये पलंगे मिल जाणगे बड़ियां थावां ते, पर जदों इहदे उपर गुरु साहब का प्रकाश हो गया, इनू पलंग साहब कहन लग पे ने, पीड़ा साहब कहने असीं। फर्क है ना इस चीज़ का, जिहदा संबंध गुरु नाल हो गया। आ चंदोआ इस तरह के चाननियाँ, चंदोआ नहीं उन्होंने कहते, चांदनी कहते, बड़ियां मिलणगियां तुहानूं इहो जिहियां चांदनियां। पर जदों गुरु के उपर ये लग गई, फिर ये चंदोआ साहब बन गया। फर्क है ना इस चीज़ का। रुमाला जिहड़ी चीज़ का संबंध गुरु नाल है। इत्थे असल में तां ये बचन कह रहे ने पातशाह कि दर्शन तुम करवायो गुर का। तू अज मैनू मेरे गुरु दे मानो दर्शन करवा दिते। जिस ते भ्रम भाग्यो है उर का, कहण दा भाव हिरदे दे अंदरला भरम नाश हो गया, वो खत्म हो गया। तो वाला जी अज मानो तुसी मैनू गुरु नानक साहब दे दीदार करवाए हन। सहस्कृत अक्षर जप चीने, तब अंगद जी बचन सो कीने। भाई साहब जी कहते फिर उस पत्री नूं गुरु अंगद साहब जी ने सामने करके वेख्या, तो की देखिया, वो अखर जिहड़े ने संस्कृत के अखर हैं, गुरमुखी नहीं है, संस्कृत है। क्योंकि उदों संस्कृत लिखी जाती सी। पंडित हरदयाल ने ये जन्म पत्री बनाई है, पंडित हरदयाल जी ने। तो पंडित संस्कृत पढ़ता है तो उन्हें संस्कृत में बना दी। जो देखिया संस्कृत के अखर हैं, संस्कृत अक्षर जब चीने तब अंगद जी बचन सुकीने। कहते संस्कृत के अखर देख के ते साहब सच्चे पातशाह जी ने बचन कीते हन। इन अक्षरन को जो जाने, सोया को पढ़ अर्थ बखाने। भाई साहब जी कहते गुरु अंगद पातशाह जी ने बचन किया, भाई जिहड़ा इन्हां अखरां नूं चंगी तरह पढ़ सकदा होवे, इहो जिहा सिख। इत्थे पढ़न ते समझण दी विच बड़ा फर्क है। पढ़ आ गुरमुखी लिखी है, ये ब्रिज भाषा है, यदी लिपि ब्रिज है, अखर गुरमुखी दे ने। ध्यान नाल समझियो, ये जिहड़ी पोथी है ना, अखर गुरमुखी दे ने, लिपि ब्रिज भाषा दी है। पढ़ना सौखा है क्योंकि गुरमुखी असीं पढ़ लवांगे चलो, पर समझना इंपॉसीबल है। फर्क पै गया ना। असीं कह दईए गुरमुखी लिखी तो असीं पढ़ भी लवांगे, पढ़ लिया चलो समझ भी लवांगे, दोनों गम नहीं हो सकते। अखर पढ़ने उन्होंने समझण विच बड़ा अंतर है। हुण संस्कृत पढ़न वाले ये तो हो नहीं सकता कि खडूर साहब विच गुरु साहब कोल कोई भी ना होवे, पर सच्चे पातशाह के कहण दा भाव इत्थे ये सी कि भाई ये अखर संस्कृत दे ने, ते कोई इहो जिहा विद्वान जिहड़ा विद्वता जिहदे कोल होवे संस्कृत दी, इहो जिहा कोई सज्जण साडे कोल है। तो सच्चे पातशाह जिहड़े सिख कोल बैठे ने उन्हां नाले बचन करदे हन। गुरमुखी चाहे करवाई, पढ़े सुने सिख गुरमत पाई। सच्चे पातशाह जी ने आख्या, कहंदे असीं चाहुंदे आ कि इहनूं गुरमुखी विच तब्दील कीता जावे, ये अखरां नूं गुरमुखी विच लिखिया जाए, ये जिहड़े अखर हन। हुण वेखो फर्क की है। मैं एक शब्द आप जी के सामने थोड़ा जिहा सुनावां तुहानूं।
ਫਰਕ ਇਹ ਹੈ ਕਿ ਲਿਖੇ ਉਹ ਵੀ ਗੁਰਮੁਖੀ ਵਿੱਚ ਨੇ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਿਲੰਗ ਰਾਗ ਦਾ ਪਹਿਲਾ ਸ਼ਬਦ ਹੈ ਗੁਰੂ ਨਾਨਕ ਸਾਹਿਬ ਜੀ ਦਾ, ਲਿਖਿਆ ਗੁਰਮੁਖੀ ਵਿੱਚ, ਲਿਪੀ ਫਾਰਸੀ ਹੈ। ਲਿਖਣ ਵਾਲਾ ਵਾਹਿਗੁਰੂ, ਪੜ੍ਹਨ ਵਾਲਾ ਗੁਰਮੁਖੀ ਸਮਝ ਕੇ ਪੜ੍ਹ ਲਏਗਾ। ਮੈਂ ਥੋੜ੍ਹਾ ਜਿਹਾ ਉਹ ਤੁਹਾਡੇ ਅੱਗੇ ਰੱਖਾਂ। ਤਿਲੰਗ ਮਹੱਲਾ ਪਹਿਲਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਹੈ, ਯਕ ਅਰਜ਼ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਿਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੋਏ ਅਜ਼ਰਾਈਲ ਗ੍ਰਿਫਤ ਹੈ ਦਿਲ ਹੇਚ ਨਾ ਦਾਨੀ ਰਹਾਓ। ਬੜੇ ਕਮਾਲ ਦਾ ਸ਼ਬਦ ਹੈ। ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ, ਆਖਿਰ ਬਿਅਫਤਮ ਕਸ ਨਾ ਦਾਰਿਦ ਚੂੰ ਸ਼ਬਦ ਤਕਬੀਰ, ਸਭ ਰੋਜ਼ ਗਸਤਮ ਦਰ ਹਵਾ ਕਰ ਦੇਮ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ ਮਮ ਈਂਚ ਨੀ ਅਹਵਾਲ। ਗੁਰੂ ਸਾਹਿਬ ਨੇ ਫਿਰ ਆਖਿਆ, ਬਦਬਖਤ ਹਮਚੂ ਬਖੀਲ ਗਾਫਿਲ ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ। ਫਰਕ ਇਹ ਹੈ, ਲਿਖਿਆ ਗੁਰਮੁਖੀ ਹੈ। ਇਹ ਮੈਂ ਤਾਂ ਕਹਿ ਰਿਹਾ ਕਿ ਸਾਡੇ ਮਨ ਵਿੱਚ ਇਹ ਨਾ ਆਵੇ ਕਿ ਸੱਚੇ ਪਾਤਸ਼ਾਹ ਕੀ ਸੰਸਕ੍ਰਿਤ ਗੁਰੂ ਅੰਗਦ ਸਾਹਿਬ ਨਹੀਂ ਪੜ੍ਹ ਸਕਦੇ ਸਨ। ਪੜ੍ਹ ਸਕਦੇ ਸਨ ਬੜੀ ਚੰਗੀ ਤਰ੍ਹਾਂ। ਉਹਨਾਂ ਦੇ ਕਹਿਣ ਦਾ ਫਰਕ ਹੈ। ਅਰ ਭਾਵ ਹੋਰ ਹੈ ਕਿ ਕੋਈ ਚੰਗਾ ਵੱਡਾ ਵਿਦਵਾਨ ਆਪਾਂ ਲੱਭੀਏ ਜਿਹੜਾ ਸੰਸਕ੍ਰਿਤ ਇਹਨਾਂ ਅੱਖਰਾਂ ਨੂੰ ਗੁਰਮੁਖੀ ਵਿੱਚ ਕਨਵਰਟ ਕਰ ਸਕੇ, ਕੋਈ ਚੂਕ ਨਾ ਰਹਿ ਜਾਵੇ, ਕੋਈ ਫਰਕ ਨਾ ਰਹਿ ਜਾਵੇ। ਸ਼ਬਦ ਹੋਰ ਵੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਤੁਸੀਂ ਜੈਦੇਵ ਦਾ ਪਦਾ ਪੜ੍ਹੋਗੇ ਤੇ ਮਤਲਬ ਕਮਾਲ ਹੀ ਹੈ। ਲਿਖੀ ਗੁਰਮੁਖੀ ਉਹ ਵੀ। ਪ੍ਰਮਾਦ ਪੁਰਖ ਮਨੋਪਿਮੰਗ ਸਤ ਆਦ ਭਾਵ ਰਤੰਗ, ਪਰਮਦ ਭੁਤੰਗ ਪਰਕ੍ਰਿਤ ਪਰੰਗ, ਜਦ ਚਿੰਤ ਸਰਬਗਤੰ, ਕੇਵਲ ਰਾਮ ਨਾਮ ਮਨੋਰਮੰਗ, ਬਦ ਅੰਮ੍ਰਿਤ ਤਤ ਮਯੰਗ, ਨਦਨੋਤ ਜਸਮਰਨੇਨ, ਜਨਮ ਜਰਾਦ ਮਰਨ ਭਯੰਗ ਰਹਾਓ। ਆਈ ਕੁਝ ਸਮਝ? ਗੁਰਮੁਖੀ ਹੈ। ਇੱਛਸ ਜਮਾਦ ਪਰਾਭਯੰਗ, ਜਸ ਸਵਸਤ ਸੁਕ੍ਰਿਤ ਕ੍ਰਿਤੰਗ, ਭਵਭੂਤ ਭਾਵ ਸਮਭਯੰਗ, ਪਰਮੰਗ ਪ੍ਰਸੰਨ ਮਿਦੰਗ, ਲੋਭਾਦ ਦ੍ਰਿਸ਼ਟ ਪਰਗ੍ਰਹੰ, ਜਦ ਵਿਦ ਆਚਰਣੰ, ਤਜ ਸਕਲ ਦੁਹਕ੍ਰਿਤ ਦੁਰਮਤੀ, ਭਜ ਚੱਕਰਧਰ ਸਰਨੰ, ਹਰ ਭਗਤ ਨਿਜ ਨੇ ਕੇਵਲਾ ਰਿਦ ਕਰਮਨਾ ਬਚਸਾ, ਜੋਗੇਨ ਕਿੰਗ ਜਗੇਨ ਕਿੰਗ ਦਾਨੇਨ ਕਿੰਗ ਤਪਸਾ, ਗੋਬਿੰਦ ਗੋਬਿੰਦੇਤ ਜਪ ਨਰ ਸਕਲ ਸਿਧ ਪਦੰ, ਜੈ ਦੇਵ ਆਇਓ ਤਸ ਸਫਟੰ, ਭਵਭੂਤ ਸਰਬਗਤੰ। ਹੁਣ ਲਿਖੀ ਇਹ ਵੀ ਗੁਰਮੁਖੀ ਹੈ। ਸਮਝ ਨਹੀਂ ਨਾ ਆਇਆ ਬਿਲਕੁਲ ਵੀ। ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਦੇ ਨੇ ਦੋਨੋਂ। ਇਹ ਮੈਂ ਆਪਣੀ ਵਿਦਵਤਾ ਨਹੀਂ ਤੁਹਾਨੂੰ ਦਿਖਾ ਰਿਹਾ, ਮੈਂ ਦੱਸਣ ਦਾ ਯਤਨ ਕਰ ਰਿਹਾ ਕਿ ਸਾਡੇ ਮਨ ਵਿੱਚ ਸ਼ੰਕਾ ਨਾ ਰਵੇ ਇਸ ਗੱਲ ਦਾ ਕਿ ਗੁਰੂ ਅੰਗਦ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਲਕ, ਉਹਨਾਂ ਨੂੰ ਸੰਸਕ੍ਰਿਤ ਆਉਂਦੀ ਸੀ, ਪਰ ਉਹਨਾਂ ਦਾ ਭਾਵ ਇਹ ਸੀ ਕਿ ਅੱਗੇ ਸਿੱਖ ਪੜ੍ਹਨਗੇ। ਵੇਖੋ ਅਗਲੀ ਪੰਕਤੀ ਕਮਾਲ ਹੈ ਕਿ ਗੁਰਮੁਖੀ ਚਾਹੀਏ ਕਰਵਾਈ, ਪੜ੍ਹੈ ਸੁਣੈ ਸਿੱਖ ਗੁਰਮਤਿ ਪਾਈ। ਇਹਦੀ ਗੁਰਮੁਖੀ ਦੇ ਵਿੱਚ ਇਹਨੂੰ ਕਨਵਰਟ ਕਰੀਏ, ਤਬਦੀਲ ਕਰੀਏ। ਕਿਉਂ? ਕਿਉਂਕਿ ਗੁਰੂ ਦੇ ਸਿੱਖ ਅੱਗੇ ਪੜ੍ਹਨਗੇ। ਜਿਹੜੇ ਪੜ੍ਹ ਸਕਦੇ ਨੇ, ਜਿਹੜੇ ਨਹੀਂ ਪੜ੍ਹ ਸਕਦੇ ਉਹ ਸੁਣਨਗੇ। ਪੜ੍ਹ ਕੇ ਅਤੇ ਸੁਣ ਕੇ ਸ਼੍ਰੇਸ਼ਟ ਗਤ ਅਵਸਥਾ ਉਹਨਾਂ ਨੂੰ ਮਿਲੇਗੀ। ਇਹ ਭਾਵ ਸੀ ਇਹਦਾ। ਸੱਚੇ ਪਾਤਸ਼ਾਹ ਨੇ ਆਖਿਆ, ਭਾਈ ਕੋਈ ਲੱਭੋ ਵਿਦਵਾਨ ਜਿਹੜਾ ਇਹਨੂੰ ਤਬਦੀਲ ਕਰ ਸਕੇ ਅਤੇ ਸਿੱਖ ਇਹ ਗੁਰਮੁਖੀ ਵਿੱਚ ਤਬਦੀਲ ਹੋਵੇ ਅਤੇ ਸਿੱਖ ਬੜੇ ਆਰਾਮ ਨਾਲ, ਬੜੀ ਆਸਾਨੀ ਦੇ ਨਾਲ ਇਹਨੂੰ ਪੜ੍ਹਨ ਜੀ। ਸਤਿਗੁਰ ਕਿਰਪਾ ਨਿਧਾਨ, ਸ੍ਰੀ ਨਾਨਕ ਜਗ ਬਿਦਤ ਜਪ। ਹੁਣ ਧਿਆਨ ਨਾਲ ਸੁਣਿਓ, ਇਹ ਗੁਰੂ ਅੰਗਦ ਸਾਹਿਬ ਜੀ ਦੇ ਬਚਨ ਨੇ। ਇਹ ਕਵੀ ਜੀ ਗੁਰੂ ਅੰਗਦ ਸਾਹਿਬ ਦੀ ਰਚਨਾ ਤੋਂ ਉਚਰਵਾ ਰਹੇ ਨੇ। ਕਹਿੰਦੇ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਇਸ ਸੰਸਾਰ ਵਿੱਚ ਮੌਜੂਦ ਨੇ ਅਤੇ ਜਦੋਂ ਉਸ ਪੂਰੇ ਸੰਸਾਰ ਦਾ, ਇਸ ਕਾਇਨਾਤ ਦਾ, ਇਸ ਧਰਤੀ ਦਾ ਭ੍ਰਮਣ ਕਰਦੇ ਹਨ। ਸੰਗਤ ਕੀਨ ਮਹਾਨ ਜਾਨੀ, ਵਿਦਿਆ ਬਰਨ ਤਬ। ਗੁਰੂ ਸਾਹਿਬ ਕਹਿੰਦੇ ਸੰਗਤ ਕੀਨ ਮਹਾਨ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਦਾਸੀਆਂ 'ਤੇ ਗਏ ਨਾ, ਬੜੀ ਸੰਗਤ। ਇੱਕ ਵਿਦਵਾਨ ਨੇ ਬਚਨ ਲਿਖੇ ਨੇ, ਤਾਰੇ ਗਿਨੇ ਜਾਤ ਹੈ ਨਾ ਤਾਰੇ ਗਿਨੇ ਜਾਤ ਹੈ। ਸੰਗਤ ਕੀਨ ਮਹਾਨ ਦਾ ਅਰਥ ਇਹ ਹੈ ਕਿ ਤਾਰੇ ਗਿਨੇ ਜਾਤ ਹੈ ਕਿ ਸ਼ਾਇਦ ਆਉਣ ਵਾਲਾ ਸਮਾਂ ਇਹੋ ਜਿਹਾ ਆਵੇ, ਅਸਮਾਨ ਦੇ ਤਾਰਿਆਂ ਦੀ ਸ਼ਾਇਦ ਗਿਣਤੀ ਕਿਤੇ ਹੋ ਜਾਵੇ, ਕੋਈ ਕਰ ਲਵੇ। ਨਾ ਤਾਰੇ ਗਿਨੇ ਜਾਤ ਹੈ, ਜਿੰਨਿਆਂ ਨੂੰ ਗੁਰੂ ਨਾਨਕ ਸਾਹਿਬ ਨੇ ਤਾਰ ਦਿੱਤਾ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਸੰਗਤ ਕੀਨ ਮਹਾਨ ਦੇ ਇਹ ਅਰਥ ਬਣਦੇ ਨੇ। ਇੱਕ ਵਿਦਵਾਨ ਨੇ ਲਿਖਿਆ ਕਿ ਜਦੋਂ ਗੁਰੂ ਨਾਨਕ ਸਾਹਿਬ ਆਏ 4 ਕਰੋੜ ਆਬਾਦੀ ਸੀ ਦੁਨੀਆ ਦੀ, 4 ਕਰੋੜ, ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ 2 ਕਰੋੜ ਸਿੱਖ ਬਣਾਏ ਸਨ। ਉਦੋਂ ਅੱਧੀ ਦੁਨੀਆ ਸਿੱਖ ਧਰਮ ਵਿੱਚ ਸੀ, ਜਿਹੜੀ ਗੁਰੂ ਨਾਨਕ ਸਾਹਿਬ ਦੇ ਫਾਲੋਅਰ ਸਨ, ਅੱਧੀ ਦੁਨੀਆ। ਸੰਗਤ ਕੀਨ ਮਹਾਨ ਦੇ ਅਰਥ ਇਹ ਹਨ
ਕਿ ਜਦੋਂ ਗੁਰੂ ਨਾਨਕ ਸਾਹਿਬ ਗਏ ਉਹਨਾਂ ਨੇ ਆਪਣੀ ਸੰਗਤ, ਬੜੀ ਭਾਰੀ ਸੰਗਤ ਉਹਨਾਂ ਨੇ ਬਣਾਈ ਆਪਣੀ। ਤੇ ਕਹਿਣ ਦਾ ਉਹਨਾਂ ਦਾ ਅਰਥ ਇਹ ਆ ਕਿ ਉਹ ਸਾਰੀ ਜਿੰਨੀ ਵੀ ਸੰਗਤ ਹੈ ਨਾ, ਜਿੰਨੇ ਉਹਦੇ ਵਿੱਚੋਂ ਗੁਰਮੁਖੀ ਪੜ੍ਹ ਸਕਦੇ ਨੇ ਉਸ ਪੜ੍ਹਨ, ਤੇ ਇਹੋ ਜਿਹਾ ਵਿਦਵਾਨ ਆਪਾਂ ਲੱਭੀਏ ਜਿਹੜਾ ਇਹਨੂੰ ਕਨਵਰਟ ਕਰੇ ਗੁਰਮੁਖੀ ਦੇ ਅੰਦਰ। ਤੇ ਗੁਰੂ ਸਾਹਿਬ ਦੀ ਬਣਾਈ ਸਾਰੀ ਸੰਗਤ ਇਸ ਇਤਿਹਾਸ ਨੂੰ ਪੜ੍ਹਨਾ ਕਰੇ। ਮਹਿਮਾ ਖਹਿਰਾ ਜੱਟ ਇੱਕ, ਕੈਸੇ ਅੰਗਦ ਪਾਸ। ਕਹਿੰਦੇ ਉਸ ਵੇਲੇ ਇੱਕ ਸਿੱਖ ਬੋਲਿਆ ਕੋਲੋਂ, ਸੱਚੇ ਪਾਤਸ਼ਾਹ, ਇੱਕ ਸਿੱਖ ਉਹਦਾ ਨਾਮ ਹੈ ਮਹਿਮਾ ਖਹਿਰਾ, ਇਹ ਨਾਮ ਹੈ ਇੱਕ। ਗੋਤ ਦਾ ਕਹਿੰਦੇ ਜੱਟ ਹੈ, ਨਾਮ ਹੈ ਭਾਈ ਮਹਿਮਾ ਖਹਿਰਾ। ਤੇ ਕੋਲ ਬੈਠੇ ਇੱਕ ਸਿੱਖ ਨੇ ਪਾਤਸ਼ਾਹ ਜੀ ਦੇ ਅੱਗੇ ਇਹ ਅਰਜ਼ ਕੀਤੀ ਹੈ। ਪੈੜਾ ਮੋਖਾ ਖੱਤਰੀ ਸੁਲਤਾਨੇ ਪੁਰਬਾਸ। ਵਾਹਿਗੁਰੂ, ਮਾਫੀ ਚਾਹੁੰਦਾ, ਇੱਥੇ ਸ਼ਬਦ ਇਸ ਤਰ੍ਹਾਂ ਨੇ ਕਿ ਜਿਹੜਾ ਗੁਰੂ ਅੰਗਦ ਪਾਤਸ਼ਾਹ ਜੀ ਦੇ ਕੋਲ ਸਿੱਖ ਬੈਠਾ ਹੈ, ਨਾਮ ਹੈ ਮਹਿਮਾ ਖਹਿਰਾ। ਇਹ ਕਹਿ ਰਿਹਾ ਹੈ, ਇਹ ਗੁਰੂ ਸਾਹਿਬ ਨੂੰ ਬੇਨਤੀ ਕਰ ਰਿਹਾ ਹੈ ਮਹਿਮਾ ਖਹਿਰਾ। ਤੇ ਬੇਨਤੀ ਕੀ ਕਰ ਰਿਹਾ ਹੈ ਕਿ ਪਾਤਸ਼ਾਹ, ਇੱਕ ਸਿੱਖ ਹੈ ਸੁਲਤਾਨਪੁਰ ਨਗਰੀ ਦੇ ਵਿੱਚ ਰਹਿਣ ਵਾਲਾ, ਸੁਲਤਾਨਪੁਰ ਦੀ ਧਰਤੀ ਤੇ, ਨਾਮ ਹੈ ਪੈੜਾ ਮੋਖਾ ਤੇ ਜਾਤ ਦਾ ਇੱਕ ਖੱਤਰੀ ਹੈ। ਇਹ ਦੱਸ ਰਿਹਾ ਹੈ ਗੁਰੂ ਸਾਹਿਬ ਨੂੰ, ਮਹਿਮਾ ਖਹਿਰਾ ਦੱਸ ਰਿਹਾ ਹੈ ਪਾਤਸ਼ਾਹ, ਸੁਲਤਾਨਪੁਰ ਦਾ ਰਹਿਣ ਵਾਲਾ ਇੱਕ ਸਿੱਖ ਜਿਹਦਾ ਨਾਮ ਪੈੜਾ ਮੋਖਾ ਹੈ। ਹੁਣ ਅੱਗੇ ਇਹ ਦੱਸੇਗਾ ਉਹਦੇ ਬਾਰੇ ਗੁਰੂ ਸਾਹਿਬ ਨੂੰ ਮਹਿਮਾ ਖਹਿਰਾ, ਤੇ ਕੀ ਇਹਦੇ ਬਾਰੇ ਦੱਸਦਾ ਹੈ। ਅਛਰ ਜਾਣਤ ਹੈ ਉਹ ਦੋ, ਪੜ੍ਹ ਲਿਖ ਹੈ ਬੁਲਵਾਈਏ ਸੋ। ਸੱਚੇ ਬਾਦਸ਼ਾਹ ਉਹ ਦੋਵੇਂ ਅੱਖਰਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹੈ। ਦੋਨਾਂ ਅੱਖਰਾਂ ਦਾ ਭਾਵ ਹੈ ਕਿ ਦੋਨਾਂ ਭਾਸ਼ਾਵਾਂ ਦਾ ਵਿਦਵਾਨ ਹੈ, ਸੰਸਕ੍ਰਿਤ ਦਾ ਵੀ ਤੇ ਗੁਰਮੁਖੀ ਦਾ ਵੀ ਬੜਾ ਵਿਦਵਾਨ ਹੈ। ਪੈੜਾ ਮੁਖਾ ਉਹਦਾ ਨਾਮ, ਖੱਤਰੀ ਹੈ ਤੇ ਸੁਲਤਾਨਪੁਰ ਦਾ ਰਹਿਣ ਵਾਲਾ ਹੈ, ਦੋਨਾਂ ਭਾਸ਼ਾਵਾਂ ਦਾ ਵਿਦਵਾਨ ਹੈ ਬੜਾ। ਤੇ ਪਾਤਸ਼ਾਹ ਪੜ੍ਹ ਲਿਖ ਹੈ, ਉਹ ਦੋਨਾਂ ਭਾਸ਼ਾਵਾਂ ਨੂੰ ਪੜ੍ਹ ਵੀ ਚੰਗੀ ਤਰ੍ਹਾਂ ਲੈਂਦਾ ਹੈ ਤੇ ਲਿਖ ਵੀ। ਤੇ ਕਿਉਂ ਨਾ ਉਹਨੂੰ ਆਪਾਂ ਬੁਲਵਾਈਏ ਜੀ। ਸ੍ਰੀ ਅੰਗਦ ਕਹਿ ਤੁਮ ਹੀ ਜਾਵੋ, ਕਰ ਸਤਕਾਰ ਤੁਰੰਤ ਲਿਆਵੋ। ਤੇ ਸੱਚੇ ਬਾਦਸ਼ਾਹ ਨੇ ਆਖਿਆ, ਫਿਰ ਤੂੰ ਹੀ ਕਿਉਂ ਨਹੀਂ ਜਾਂਦਾ, ਤੂੰ ਹੀ ਜਾ, ਜੇ ਤੂੰ ਉਹਨੂੰ ਜਾਣਦਾ ਹੈ ਤੇ ਤੂੰ ਜਾ। ਸੱਚੇ ਪਾਤਸ਼ਾਹ ਨੇ ਆਖਿਆ ਜਾ। ਤੇ ਉਹਨੂੰ ਪੈੜੇ ਮੋਖੇ ਨੂੰ, ਇਹ ਮਹਿਮਾ ਖਹਿਰੇ ਨੂੰ ਕਹਿ ਰਹੇ ਨੇ, ਤੂੰ ਜਾ ਸੁਲਤਾਨਪੁਰ ਤੇ ਪੈੜੇ ਮੋਖੇ ਨੂੰ ਬੜੇ ਅਦਬ, ਬੜੇ ਸਤਿਕਾਰ ਦੇ ਨਾਲ ਲਿਆਉਣਾ ਕਰੋ। ਮਹਿਮਾ ਪਹੁੰਚੋ ਤਾਹੇ ਅਵਾਸਾ, ਆਨਿਓ ਜਸਪਤ ਸਤਿਗੁਰ ਪਾਸਾ। ਭਾਈ ਸਾਹਿਬ ਜੀ ਕਹਿੰਦੇ ਮਹਿਮਾ ਖਹਿਰਾ ਉੱਠਿਆ, ਆਗਿਆ ਲਈ, ਖਡੂਰ ਸਾਹਿਬ ਤੋਂ ਸੁਲਤਾਨਪੁਰ ਸਾਹਿਬ ਵੱਲ ਚੱਲ ਪਿਆ। ਖਡੂਰ ਸਾਹਿਬ ਤੋਂ ਸੁਲਤਾਨਪੁਰ ਲੋਧੀ ਕੋਈ ਜ਼ਿਆਦਾ ਦੂਰ ਨਹੀਂ ਹੈ। ਗੋਇੰਦਵਾਲ ਸਾਹਿਬ, ਉਦੋਂ ਗੋਇੰਦਵਾਲ ਸਾਹਿਬ ਨਹੀਂ ਸੀ, ਜਦੋਂ ਦੀ ਇਹ ਘਟਨਾ ਹੈ ਨਾ ਇਤਿਹਾਸ, ਉਦੋਂ ਗੋਇੰਦਵਾਲ ਸਾਹਿਬ ਅਜੇ ਨਹੀਂ ਸੀ ਵਸਿਆ। ਉੱਥੋਂ ਦਰਿਆ ਪਾਰ ਕਰਕੇ ਤੇ ਪਾਰਲੇ ਬੰਨੇ ਸੁਲਤਾਨਪੁਰ ਲੋਧੀ ਹੈ, ਜ਼ਿਆਦਾ ਦੂਰ ਨਹੀਂ ਇੱਥੋਂ। ਕਹਿੰਦੇ ਸਿੱਖ ਉੱਠਿਆ, ਸਤਿਗੁਰਾਂ ਦੀ ਆਗਿਆ ਲਈ ਚਲਾ ਗਿਆ, ਪਹੁੰਚਿਆ ਸੁਲਤਾਨਪੁਰ ਤੇ ਉਸ ਸਿੱਖ ਪੈੜਾ ਮੋਖਾ ਦੇ ਘਰ ਗਿਆ ਹੈ। ਪਰਿਓ ਚਰਨ ਗੁਰ ਆਗਿਆ ਦੀਨੀ, ਪੜੋ ਪੱਤਰਕਾ ਸੁਖ ਪਦ ਚੀਨੀ। ਭਾਈ ਸਾਹਿਬ ਜੀ ਕਹਿੰਦੇ ਪਰਿਓ ਚਰਨ ਗੁਰ ਆਗਿਆ ਦੀਨੀ। ਹੁਣ ਉਹਦੇ ਘਰ ਜਾ ਕੇ ਉਹ ਮਹਿਮਾ ਪਹੁੰਚਿਓ ਤਾਏ ਅਵਾਸਿਆ, ਆਨਿਓ ਜਸ ਪਦ ਸਤਿਗੁਰ ਪਾਸਾ। ਭਾਈ ਸਾਹਿਬ ਕਹਿੰਦੇ ਉਹਦੇ ਘਰ ਪਹੁੰਚਿਆ, ਸਾਰਾ ਕੁਝ ਦੱਸਿਆ ਤੇ ਉਹਨੂੰ ਲੈ ਕੇ ਖਡੂਰ ਸਾਹਿਬ ਪਹੁੰਚ ਗਿਆ। ਖਡੂਰ ਸਾਹਿਬ ਪਹੁੰਚਿਆ ਉਹਨੂੰ ਲੈ ਕੇ। ਪਰਿਓ ਚਰਨ ਗੁਰ ਆਗਿਆ ਦੀਨੀ ਆਇਆ, ਇਹ ਪੈੜਾ ਮੋਖਾ ਖਡੂਰ ਸਾਹਿਬ ਆਇਆ। ਆਉਂਦਿਆਂ ਇਹਨੇ ਗੁਰੂ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ, ਵੰਦਨਾ ਕੀਤੀ। ਪੜੋ ਪੱਤਰਿਕਾ ਸੁਖ ਪ੍ਰਦ ਚੀਨੀ। ਤੇ ਗੁਰੂ ਸਾਹਿਬ ਹੁਣ ਕਹਿ ਰਹੇ ਨੇ ਇਹਨੂੰ, ਇਹ ਪਹੁੰਚ ਗਿਆ, ਨਮਸਕਾਰ ਕੀਤੀ। ਗੁਰੂ ਸਾਹਿਬ ਕਹਿੰਦੇ ਭਾਈ ਆ ਜਿਹੜੀ ਪੱਤਰਿਕਾ ਹੈ ਨਾ, ਪੱਤਰਿਕਾ ਦਾ ਅਰਥ ਹੁੰਦਾ ਕਾਗਜ਼ ਦਾ ਟੁਕੜਾ, ਅਸੀਂ ਜਿਹਨੂੰ ਚਿੱਠੀ ਹੁਣ ਕਹਿ ਦਿੰਦੇ ਹਾਂ। ਵੈਸੇ ਪੱਤਰਿਕਾ, ਪੱਤਰ ਸ਼ਬਦ ਹੈ ਜਿਹਨੂੰ ਚਿੱਠੀ ਪੱਤਰ ਕਹਿਣ ਲੱਗ ਪਏ। ਪੱਤਰਿਕਾ ਇੱਕ ਕਾਗਜ਼ ਦਾ ਟੁਕੜਾ, ਇਹਦਾ ਅਰਥ ਇਹ ਹੈ। ਸਤਿਗੁਰਾਂ ਨੇ ਆਖਿਆ ਭਾਈ ਆ ਪੱਤਰਿਕਾ ਲਓ ਤੇ ਇਹਨੂੰ ਚੰਗੀ ਤਰ੍ਹਾਂ ਪੜ੍ਹਨਾ ਕਰੋ। ਕਰ ਮੈਂ ਲੈ ਪੱਤਰਿਕਾ ਬਾਚੀ, ਜਨਵਾਨੀ ਰਸਨਾ ਪਰ ਨਾਚੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਇਸ ਪੈੜੇ ਮੋਖੇ ਸਿੱਖ ਨੇ ਨਾ ਪੱਤਰਿਕਾ ਲਈ, ਉਹਨੂੰ ਵਾਚਿਆ, ਦੇਖਿਆ ਬੜੀ ਚੰਗੀ ਤਰ੍ਹਾਂ।
ਉਹਨੂੰ ਹੁਣ ਪੜ੍ਹਨਾ ਸ਼ੁਰੂ ਕੀਤਾ। ਅਤੇ ਵੇਖੋ ਕਿੰਨੇ ਕਮਾਲ ਦੇ ਬਚਨ ਭਾਈ ਸਾਹਿਬ ਨੇ ਕਹੇ। ਕਹਿੰਦੇ ਇਹਨੇ ਪੜ੍ਹਨਾ ਸ਼ੁਰੂ ਕੀਤਾ ਅਤੇ ਹੋਇਆ ਕਿ ਮਾਨੋ ਇਹਦੀ ਜ਼ੁਬਾਨ 'ਤੇ ਸਰਸਵਤੀ ਨੱਚ ਰਹੀ, ਇੰਨਾ ਸੁਰੀਲਾ ਪੜ੍ਹ ਰਿਹਾ ਹੈ ਉਹਨੂੰ, ਇੰਨਾ ਸੁਰੀਲਾ। ਸਾਡਾ ਇੱਕ ਮਿੱਤਰ ਹੈ, ਰਾਗਾਂ ਵਿੱਚ ਬੜੀ ਮੁਹਾਰਤ ਹੈ ਉਹਨੂੰ, ਰਾਗੀ ਹੈ, ਕੀਰਤਨੀਆ ਹੈ। ਪਿਛਲੇ ਹਫ਼ਤੇ ਫੋਨ ਆਇਆ ਅਤੇ ਕਹਿੰਦਾ ਮੇਰੇ ਫਾਦਰ ਸਾਹਿਬ ਕੁਝ ਠੀਕ ਨਹੀਂ, ਮੈਂ ਉਹਨਾਂ ਦੀ ਜਗ੍ਹਾ 'ਤੇ ਗ੍ਰੰਥੀ ਦੀ ਡਿਊਟੀ ਕਰ ਰਿਹਾ। ਮੈਂ ਕਿਹਾ ਫਿਰ? ਕਹਿੰਦਾ ਮੈਂ ਦੇਖਦਾ ਜਿਹੜਾ ਹੁਕਮਨਾਮਾ ਸਵੇਰੇ ਆਉਂਦਾ ਹੈ ਨਾ, ਅਤੇ ਮੈਂ ਸ਼ਾਮ ਨੂੰ ਹੁਕਮਨਾਮਾ ਲੈਣਾ ਉਸੇ ਰਾਗ ਵਿੱਚ ਹੀ, ਕਹਿੰਦਾ ਮੈਂ ਹੁਕਮਨਾਮਾ ਲੈਣਾ। ਫਿਰ ਵਿਦਵਾਨ ਬੜਾ ਉਹ ਵੀ, ਸਰਸਵਤੀ ਨੱਚਦੀ ਹੈ। ਫਿਰ ਕਹਿਣ ਦਾ ਭਾਵ ਇਹ ਹੁੰਦਾ ਇਹ ਕਵੀਆਂ ਦੀ ਬੋਲੀ ਹੈ ਸਰਸਵਤੀ ਨੱਚਣਾ ਜ਼ੁਬਾਨ 'ਤੇ, ਭਾਵ ਮਿਠਾਸ ਹੈ ਜ਼ੁਬਾਨ ਵਿੱਚ, ਭਾਵ ਵਿਦਵਤਾ ਹੈ, ਸੁਰੀਲਾ ਹੈ, ਸੁਰ ਦਾ ਗਿਆਨ ਹੈ, ਤਾਲ ਦਾ ਲੈ ਦਾ ਗਿਆਨ ਹੈ। ਇਹ ਸਰਸਵਤੀ ਨੱਚਣ ਦੇ ਇਹ ਅਰਥ ਨੇ। ਭਾਵ ਉਹਨੇ ਪੱਤਰੀ ਲਈ ਅਤੇ ਬੜੀ ਮਿੱਠੀ ਆਵਾਜ਼ ਵਿੱਚ ਇਹਨੂੰ ਪੜ੍ਹਨਾ ਕੀਤਾ ਹੈ। ਸੁਨ ਕਰ ਖੁਸ਼ੀ ਕਰੀ ਤਹਿ ਸਿੱਖ ਪਰ, ਗੁਰਮੁਖੀ ਲਿਖੀਏ ਇਹ ਅੱਖਰ। ਸੱਚੇ ਪਾਤਸ਼ਾਹ ਜੀ ਨੇ ਸੁਣਿਆ, ਬੜੀ ਖੁਸ਼ੀ ਕੀਤੀ ਉਹਦੇ 'ਤੇ, ਬੜੀਆਂ ਅਸੀਸਾਂ ਦਿੱਤੀਆਂ ਪੈੜੇ ਮੁਖੇ ਨੂੰ, ਅਤੇ ਨਾਲ ਇਹ ਹੁਕਮ ਅੱਗੇ ਇੱਕ ਹੋਰ ਲਾ ਦਿੱਤਾ। ਹੁਕਮ ਇਹ ਲਾਇਆ ਕਿ ਹੁਣ ਆਪਾਂ ਗੁਰੂ ਨਾਨਕ ਸਾਹਿਬ ਦਾ ਸਾਰਾ ਜੋ ਇਤਿਹਾਸ ਹੈ ਉਹਨੂੰ ਗੁਰਮੁਖੀ ਵਿੱਚ ਲਿਖਣਾ ਹੈ। ਕਹਿ ਕਰ ਕਾਕਰ ਲਿਖ ਮੰਗਾਈ, ਜਿਹੜੀ ਅੰਗਦ ਸਭ ਹੀ ਲਿਖਵਾਈ। ਭਾਈ ਸਾਹਿਬ ਕਹਿੰਦੇ ਬਚਨ ਗੁਰੂ ਸਾਹਿਬ ਨੇ ਕਹੇ ਤੇ ਕਾਗਜ਼ ਮੰਗਵਾ ਲਏ ਲਿਖਣ ਵਾਸਤੇ। ਕਾਗਜ਼ ਸਿਆਹੀ ਤਿਆਰ ਹੋਈ। ਉਦੋਂ ਅੱਜ ਵਾਲਾ ਸਮਾਂ ਤਾਂ ਹੈ ਨਹੀਂ ਸੀ ਵੀ ਕਾਗਜ਼ ਵਾਧੂ ਮਿਲ ਜਾਣਗੇ, ਪੈਨ ਲੈ ਆਓ, ਸਭ ਕੁਝ ਹੈ ਸਾਡੇ ਕੋਲ ਅਵੇਲੇਬਲ ਹੁਣ। ਉਦੋਂ ਸਿਆਹੀ ਤਿਆਰ ਕੀਤੀ ਜਾਂਦੀ ਸੀ, ਉਹਨੂੰ ਸਮਾਂ ਲੱਗਦਾ ਸੀ, ਕੁਝ ਦਿਨ ਸਿਆਹੀ ਨੂੰ ਰੱਖਣਾ ਪੈਂਦਾ ਸੀ, ਫਿਰ ਉਹ ਰੰਗ ਪੱਕਦਾ ਸੀ ਉਹਦਾ, ਜਿਹੜਾ ਕਦੇ ਵੀ ਨਹੀਂ ਮਿਟ ਸਕਦਾ ਸੀ। ਅੱਜ ਵਾਲੇ ਪੈਨ ਤਰ੍ਹਾਂ ਨਹੀਂ ਕਿ ਜੋ ਨੋਟਸ ਲਿਖਦੇ ਆ ਉਹ ਅਗਲੇ ਸਾਲ ਫਿੱਕੇ ਪੈ ਜਾਂਦੇ ਨੇ, ਉਹ ਕੰਮ ਨਹੀਂ ਹੁੰਦਾ ਸੀ। ਕਹਿੰਦੇ ਕਾਗਜ਼ ਮੰਗਾਏ, ਸਿਆਹੀ ਆਦਿ ਸਭ ਕੁਝ ਤਿਆਰ ਕੀਤੀ ਗਈ, ਅਤੇ ਗੁਰੂ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਹੁਣ ਲਿਖਵਾਉਣ ਲੱਗੇ ਹਨ। ਆਸਨ ਡਾਰ ਅਸੀਨੈ ਦਇਆਲਾ, ਵਾਹਿਗੁਰੂ ਆਨ ਸੁਨੈ ਤੈ ਸਿੱਖ ਬੇਸਾਲਾ। ਭਾਈ ਸਾਹਿਬ ਜੀ ਕਹਿੰਦੇ ਕਿ ਗੁਰੂ ਅੰਗਦ ਪਾਤਸ਼ਾਹ ਜੀ ਆਸਨ ਡਾਸ, ਆਸਨ ਡਾ ਕੇ ਅਸੀਨੈ, ਅਸੀਨੈ ਦਾ ਅਰਥ ਹੈ ਬੈਠਣਾ। ਇਹ ਸ਼ਬਦ ਪਹਿਲਾਂ ਵੀ ਆ ਚੁੱਕੇ ਨੇ ਇਸੇ ਪੋਥੀ ਦੇ ਵਿੱਚ, ਇੱਕ ਦਿਨ ਆਸਨ ਡਾਸ ਅਸੀਨ। ਕਹਿੰਦੇ ਸੱਚੇ ਪਾਤਸ਼ਾਹ ਜੀ ਆਸਨ ਡਾ ਕੇ ਬੈਠ ਗਏ, ਅਤੇ ਕੁਝ ਹੋਰ ਜਿਹੜੇ ਸਿੱਖ ਨੇ ਉਹ ਵੀ ਸੁਣਨ ਲਈ ਆਸੇ ਪਾਸੇ ਆ ਕੇ ਬੈਠ ਗਏ ਨੇ। ਹੁਣ ਮਾਹੌਲ ਬਣ ਰਿਹਾ ਹੈ ਜਿਵੇਂ ਆਪ ਜੀ ਦਾ ਪਿਆਰ ਹੈ ਇਤਿਹਾਸ ਨਾਲ, ਆਪ ਜੀ ਆ ਕੇ ਬੈਠੇ ਹੋ। ਇਹ ਬੜੀ ਵੱਡੀ ਗੱਲ ਸੀ, ਬਹੁਤ ਵੱਡੀ ਗੱਲ ਆ ਕਿ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਲਿਖਿਆ ਜਾ ਰਿਹਾ ਹੈ। ਹੁਣ ਜਿਹੜਾ ਲਿਖਵਾਏਗਾ ਉਹ ਬੋਲੇਗਾ ਵੀ, ਕੁਦਰਤੀ ਹੈ, ਨੈਚੁਰਲੀ ਹੈ, ਅਤੇ ਜਦੋਂ ਉਹ ਬੋਲੇਗਾ ਤਾਂ ਆਸੇ ਪਾਸੇ ਬੈਠਣ ਵਾਲੇ ਸੁਣਨਗੇ ਵੀ। ਹੁਣ ਸੁਣਨ ਵਾਲੇ ਕੌਣ ਕੌਣ ਨੇ ਇਹ ਵੀ ਜ਼ਿਕਰ ਆਏਗਾ। ਭਾਈ ਸਾਹਿਬ ਕਹਿੰਦੇ ਗੁਰੂ ਅੰਗਦ ਪਾਤਸ਼ਾਹ ਬੈਠ ਗਏ, ਅਤੇ ਕੁਝ ਹੋਰ ਸਿੱਖ ਵੀ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਸੁਣਨ ਲਈ ਆ ਕੇ ਬੈਠੇ ਹਨ। ਇੱਕ ਬੁੱਢਾ ਜੋ ਹੈ ਤਤ ਵੇਤਾ, ਮੋਹ ਆਦ ਜੋ ਦਾ ਅਤ ਜੇਤਾ। ਭਾਈ ਸਾਹਿਬ ਜੀ ਕਹਿੰਦੇ ਇਹਨਾਂ ਸੁਣਨ ਵਾਲਿਆਂ ਦੇ ਵਿੱਚ ਇੱਕ ਬਾਬਾ ਬੁੱਢਾ ਸਾਹਿਬ ਜੀ ਹਨ, ਬ੍ਰਹਮ ਗਿਆਨੀ ਨੇ, ਜਿਹਨੇ ਪੰਜੇ ਵਿਕਾਰ ਜਿਹੜੇ ਨੇ ਮੋਹ ਆਦ ਸਭ ਨੂੰ ਜਿੱਤ ਲਿਆ ਹੈ। ਉਹ ਬਾਬਾ ਬੁੱਢਾ ਸਾਹਿਬ ਵੀ ਸੰਗਤ ਵਿੱਚ ਆ ਕੇ ਬੈਠੇ ਹਨ। ਬਚਨ ਪਾਏ ਗੁਰ ਜੋ ਸਿਸ ਬੈਸਾ, ਭਇਓ ਪਰਮ ਫਿਰ ਧਨ ਤਨ ਜੈਸਾ। ਕਵੀ ਜੀ ਕਹਿੰਦੇ ਇਹ ਉਹੀ ਬਾਬਾ ਬੁੱਢਾ ਹੈ ਜਿਹਨੇ ਗੁਰੂ ਨਾਨਕ ਸਾਹਿਬ ਦਾ ਬਚਨ ਮੰਨਿਆ ਸੀ। ਪਾਤਸ਼ਾਹ ਨੇ ਆਖਿਆ ਸੀ ਤੂੰ ਬੁੱਢਾ ਹੈ, ਬਜ਼ੁਰਗਾਂ ਵਾਲੀਆਂ ਗੱਲਾਂ ਕਰਦਾ। ਇਹ ਉਹੀ ਬਾਬਾ ਬੁੱਢਾ ਹੈ। ਗੁਰੂ ਸਾਹਿਬ ਨੇ, ਗੁਰੂ ਨਾਨਕ ਪਾਤਸ਼ਾਹ ਨੇ ਇੱਕ ਅਸੀਸ ਇਹਨੂੰ ਵੀ ਦਿੱਤੀ ਸੀ। ਹੁਣ ਤੇ ਨਾ ਆ ਇੱਕ ਸ਼ਬਦ, ਇੱਕ ਵਰਡ ਡਰ ਲੱਗਦਾ ਹੈ ਬੋਲਣ ਲਈ। ਕਹਿ ਦਈਏ ਨਾ ਵਰ ਦਿੱਤਾ ਸੀ, ਕਹਿੰਦੇ ਲੈ ਬਾਹਮਣ ਬਣ ਗਿਆ ਇਹ ਵੀ, ਅਤੇ ਜੇ ਉਸੇ ਸ਼ਬਦ ਉਹਦੇ ਲਈ ਅਸੀਸ ਵਰਤ ਦਿਆਂਗੇ ਨਾ ਤਾਂ ਫਿਰ ਬੈਠੇ ਖੁਸ਼ ਹੋ ਜਾਂਦੇ ਨੇ। ਸ਼ਬਦ ਦੋ ਨੇ, ਮਾਇਨਾ ਇੱਕੋ ਹੀ ਹੈ। ਸਾਡੀ ਹਾਲਤ ਇਹ ਬਣ ਚੁੱਕੀ ਹੈ। ਸੱਚਾਈ ਹੈ ਬੜੀ ਵੱਡੀ ਸਾਡੇ ਧਰਮ ਦੀ, ਵਿਡੰਬਣਾ ਹੈ। ਜੇ ਮੈਂ ਵਰ ਕਵਾਂਗਾ ਤਾਂ ਕਹਿਣਗੇ ਬਾਹਮਣ ਬਣ ਗਿਆ, ਜੇ ਮੈਂ ਕਹਿ ਦਿੱਤਾ ਆਸੀਸ ਤਾਂ ਫਿਰ ਸਾਹਮਣੇ ਵਾਲੇ ਖੁਸ਼ ਹੋ ਜਾਂਦੇ ਆ। ਫਰਕ ਤਾਂ ਕੋਈ ਨਹੀਂ ਦੋਵਾਂ ਦੇ ਵਿੱਚ ਭਲੇ ਹੋ। ਕਹਿੰਦੇ ਸੱਚੇ ਪਾਤਸ਼ਾਹ ਨੇ ਇੱਕ ਅਸੀਸ ਦਿੱਤੀ ਸੀ ਇਹਨੂੰ ਕਿ ਬੁੱਢਿਆ ਤੇਰੇ ਤੋਂ ਕਦੇ ਓਲੇ ਨਾ ਉਸਾਂ।
ਵੱਡਿਆ ਤੇਰੇ ਤੋਂ ਉਹਲੇ ਨਹੀਂ ਹੋਵਾਂਗਾ ਕਦੇ ਵੀ ਮੈਂ, ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ। ਭਾਈ ਸਾਹਿਬ ਕਹਿੰਦੇ ਉਹ ਬਾਬਾ ਬੁੱਢਾ ਜੀ ਵੀ ਸੁਣਨ ਵਾਲਿਆਂ ਸਰੋਤਿਆਂ ਵਿੱਚ ਆ ਕੇ ਬੈਠੇ ਹਨ। ਹਟ ਪਾਤਸ਼ਾਹੀ ਹਦੂਰਾ ਨੇ ਪੁੰਨ ਸੇਵ ਮਹਿ ਬਚਨਨ ਪੂਰਾ। ਕਵੀ ਜੀ ਕਹਿੰਦੇ ਬਾਬਾ ਬੁੱਢਾ ਜੀ ਜਿਹੜੇ 6 ਪਾਤਸ਼ਾਹੀਆਂ ਨੂੰ ਜਿਹਨੇ ਤਿਲਕ ਲਾਇਆ, ਕਵੀ ਸੰਤੋਖ ਸਿੰਘ ਕਹਿ ਰਹੇ ਨੇ 6 ਪਾਤਸ਼ਾਹੀਆਂ, ਇੰਨੀ ਗੁਰਤਾ ਵਾਹਿਗੁਰੂ, ਇੰਨੀ ਵਡਿਆਈ ਜਿਹਨੂੰ ਮਿਲੀ ਉਹ, ਤੇ ਜਿਹੜਾ ਨਿਪੁੰਨ ਸੇਵਮ ਹੈ, ਜਿਹੜਾ ਹਰ ਤਰ੍ਹਾਂ ਦੀ ਸੇਵਾ ਵਿੱਚ ਨਿਪੁੰਨ ਤੇ ਬਚਨਾਂ ਦਾ ਵੀ ਪੂਰਾ ਹੈ। ਸੋ ਸਰੋਤਾ ਵੈਸਿਓ ਮਤ ਧੀਰਾ ਸੁਨਨ ਕਥਾ ਜੋ ਰਹਿ ਭਵ ਪੀਰਾ। ਭਾਈ ਸਾਹਿਬ ਜੀ ਕਹਿੰਦੇ ਇਹ ਵੀ ਸਰੋਤੇ ਦੇ ਰੂਪ ਵਿੱਚ ਬੈਠੇ ਨੇ ਬਾਬਾ ਬੁੱਢਾ ਸਾਹਿਬ। ਸੁਨਨ ਕਥਾ ਜੋ ਹਰੈ ਭਵ ਪੀਰਾ, ਉਹ ਕਥਾ ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਉਹ ਕਥਾ ਜਿਹੜੀ ਭਵ ਪੀਰਾਂ ਨੂੰ ਹਰਨ ਵਾਲੀ, ਜਿਹੜੀ ਸਾਰੇ ਦੁੱਖ ਸਾਰੇ ਕਲੇਸ਼ ਦਰਿਦਰ ਖਤਮ ਕਰਨ ਵਾਲੀ ਹੈ ਗੁਰੂ ਨਾਨਕ ਸਾਹਿਬ ਦੀ ਕਥਾ। ਅੱਜ ਬਹੁਤੇ ਪ੍ਰਚਾਰਕ ਗੱਲਾਂ ਸੁਣਾ ਕੇ ਤੁਹਾਨੂੰ ਪਾਸੇ ਆਉਣਗੇ, ਬੜੀ ਵੱਡੀ ਸੱਚਾਈ ਹੈ। ਇੱਕ ਚੁਟਕਲੇ ਸੁਣਾਉਣਗੇ ਕਥਾ ਦੇ ਵਿੱਚ, ਗੱਲਾਂ ਸੁਣਾਉਣਗੇ, ਹਸਾਉਣਗੇ, ਸਮਾਜ ਦੀ ਗੱਲ ਬੜੀ ਹੋਏਗੀ ਪਰ ਧਰਮ ਦੀ ਗੱਲ ਨਹੀਂ ਹੋਏਗੀ ਉਹਦੇ ਵਿੱਚ। ਜੇ ਸਮਾਜ ਵਿੱਚ ਆ ਹੋ ਗਿਆ, ਸਮਾਜ ਵਿੱਚ ਆ ਹੋ ਗਿਆ, ਸਮਾਜ ਵਿੱਚ ਉਹ ਹੋ ਗਿਆ, ਆ ਇੱਦਾਂ ਨਹੀਂ ਹੋਣਾ ਚਾਹੀਦਾ ਸਮਾਜ ਵਿੱਚ। ਤੇ ਇਹੀ ਗੱਲ ਤੇ ਗੁਰੂ ਗ੍ਰੰਥ ਸਾਹਿਬ ਵੀ ਕਹਿ ਰਹੇ ਨੇ, ਉਹ ਬਾਣੀ ਦੀ ਉਦਾਹਰਣ ਦੇ ਕੇ ਕਹੋ ਨਾ। ਫਿਰ ਹੁਣ ਪੜ੍ਹੀ ਹੋਵੇ ਤੇ ਆਵੇ, ਫਰਕ ਇਹ ਵੀ ਹੈ। ਇਹ ਭਵ ਪੀਰਾਂ ਨੂੰ ਹਰਨ ਵਾਲਾ ਇਤਿਹਾਸ ਹੈ ਗੁਰੂ ਨਾਨਕ ਸਾਹਿਬ ਦਾ ਜੀਵਨ, ਸਾਡਾ ਇਤਿਹਾਸ ਹੈ ਭਲਿਓ। ਤੇ ਇਹੀ ਸਾਡਾ ਇਤਿਹਾਸ ਬੜੀ ਵਾਰ ਬੜੇ ਤਰੀਕਿਆਂ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਇਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬੜੇ ਹਿਸਟੋਰੀਕਲ ਸ਼ਬਦ ਨੇ, ਇੱਕ ਦੋ ਨਹੀਂ, ਬੜੇ ਸ਼ਬਦ ਨੇ ਜਿਨ੍ਹਾਂ ਦਾ ਸੰਬੰਧ ਇਤਿਹਾਸ ਨਾਲ ਹੈ। ਤੇ ਕੁਝ ਇਹੋ ਜਿਹੇ ਸ਼ਬਦ ਜਿਨ੍ਹਾਂ ਵਿੱਚ ਜ਼ਿਕਰ ਇਤਿਹਾਸ ਦਾ ਕਰ ਦਿੱਤਾ ਗੁਰੂ ਸਾਹਿਬ ਨੇ। ਪੜ੍ਹਿਆ ਕਰੋ ਕਦੇ, ਫਿਰ ਸਮਝ ਆਉਂਦੀ ਹੈ। ਬਾਬਰ ਬਾਣੀ ਦੇ ਸ਼ਬਦ ਪੜ੍ਹੋ ਜਿਹੜੇ ਬਾਬਰ ਨਾਲ ਸੰਬੰਧਿਤ ਨੇ, ਲਾਲੋ ਨੂੰ ਸੰਬੋਧਨ ਕਰਕੇ ਕਹੇ। ਹੋਰ ਬੇਅੰਤ ਮੈਂ ਤੁਹਾਨੂੰ ਇੱਕ ਭੈਣਾਂ ਨੂੰ ਬੇਨਤੀ ਕਰਦੇ ਹਾਂ, ਸੁਲਹੀ ਤੇ ਨਾਰਾਇਣ ਰਾਖ ਬੜਾ ਪੜ੍ਹਦੀਆਂ ਆਪਾਂ। ਇਹ ਸੂਲੀ ਨਹੀਂ ਹੈ, ਇਹ ਸੁਲਹੀ ਖਾਨ ਇੱਕ ਬੰਦੇ ਦਾ ਨਾਮ ਸੀ। ਇਹ ਹਿਸਟੋਰੀਕਲ ਸ਼ਬਦ ਹੈ ਇੱਕ, ਸੁਲਹੀ ਤੇ ਨਾਰਾਇਣ ਰਾਖ। ਇਹਦਾ ਇਤਿਹਾਸ ਕਦੇ ਪੜ੍ਹ ਕੇ ਵੇਖਿਓ, ਰਹੋ ਵਿਚਾਰ, ਕਿਤੇ ਵਿਚਾਰਾਂਗੇ ਇਹਨੂੰ ਵੀ। ਅਸੀਂ ਪੜ੍ਹ ਲਿਆ ਸੁਲਹੀ ਤੇ ਸੂਲੀ ਤੇ ਨਾਰਾਇਣ ਰੱਖ ਲੈਂਦਾ, ਬੀਬੀਆਂ ਮਾਈਆਂ ਸਾਡੀਆਂ ਪੜ੍ਹੀ ਆਉਂਦੀਆਂ ਨੇ। ਇਹ ਇਤਿਹਾਸਕ ਸ਼ਬਦ ਨੇ ਬੜੇ। ਸਾਡਾ ਇਤਿਹਾਸ ਹੈ, ਸਾਡਾ ਸਰਮਾਇਆ ਹੈ, ਜਿਹਨੂੰ ਸੁਣਨ ਦੇ ਵਾਸਤੇ ਵੇਖੋ ਇਤਿਹਾਸ ਗੁਰੂ ਨਾਨਕ ਸਾਹਿਬ ਦਾ। ਤੇ ਸਭ ਤੋਂ ਪਹਿਲੋਂ ਅੱਗੇ ਚੌਂਕੜਾ ਮਾਰ ਕੇ ਕੌਣ ਬੈਠੇ? ਬਾਬਾ ਬੁੱਢਾ ਸਾਹਿਬ। ਵੇਖੋ ਕਿੰਨਾ ਚੰਗੇ ਕਰਮ ਹੋਣਗੇ ਜਾਂ ਕਿੰਨੀਆਂ ਰਹਿਮਤਾਂ ਇਸ ਇਤਿਹਾਸ ਵਿੱਚ ਹੋਣਗੀਆਂ ਕਿ ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਆ ਕੇ ਬੈਠੇ ਹਨ। ਅਮਰਦਾਸ ਤੇ ਲੋਕੇ ਨੰਦਨ ਸੇਵੇ ਜਿਨ ਅੰਗਦ ਦੁਖ ਕੰਦਨ। ਕਵੀ ਸੰਤੋਖ ਸਿੰਘ ਕਹਿੰਦੇ ਇੱਕ ਹੋਰ ਸੁਣਨ ਵਾਲਾ ਹੈ। ਉਹ ਕੌਣ ਹੈ? ਉਹ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਵੀ ਆ ਕੇ ਬੈਠੇ ਨੇ। ਬਾਬਾ ਅਮਰਦਾਸ ਕਵਾਂਗੇ ਹੁਣ, ਗੁਰੂ ਅਮਰਦਾਸ ਨਹੀਂ ਕਵਾਂਗੇ ਅਜੇ। ਬਾਬਾ ਅਮਰਦਾਸ ਜੀ ਉਹ ਵੀ ਆ ਕੇ ਬੈਠੇ ਨੇ। ਸ਼ਬਦ ਬੜੇ ਕਮਾਲ ਦੇ ਨੇ। ਅਮਰਦਾਸ ਤੇਜੋ ਕੇ ਨੰਦਨ। ਤੇਜ ਭਾਨ ਇਹਨਾਂ ਦੇ ਪਿਤਾ ਜੀ ਦਾ ਨਾਮ ਸੀ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ। ਕਹਿਣ ਦਾ ਭਾਵ ਹੈ ਤੇਜ ਭਾਨ ਦੇ ਪੁੱਤਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਸੇਵੇ ਜਿਨ ਅੰਗਦ ਦੁੱਖ ਕੰਦਨ, ਜਿਨ੍ਹਾਂ ਨੇ ਦੁੱਖਾਂ ਦਾ ਨਾਸ਼ ਕਰਨ ਵਾਲੇ ਗੁਰੂ ਅੰਗਦ ਸਾਹਿਬ ਜੀ ਦੀ ਬੜੀ ਸੇਵਾ ਕੀਤੀ, ਉਹ ਗੁਰੂ ਅਮਰਦਾਸ ਜਾਂ ਬਾਬਾ ਅਮਰਦਾਸ ਜੀ ਵੀ ਆ ਕੇ ਬੈਠੇ ਹਨ। ਗੁਰਤਾ ਪਾਈ ਜਿਨ ਪਛਤਾਤੀ ਸੁਨਤ ਭਏ ਸੋ ਕਥਾ ਸੋ ਹਾਥੀ। ਭਾਈ ਸਾਹਿਬ ਕਹਿੰਦੇ ਉਹ ਸ਼੍ਰੇਸ਼ਟ ਕਥਾ ਉਹ ਬਾਬਾ ਅਮਰਦਾਸ ਵੀ ਸੁਣ ਰਹੇ ਨੇ, ਸੁਣਨ ਲਈ ਆ ਕੇ ਬੈਠੇ ਨੇ, ਜਿਨ੍ਹਾਂ ਨੂੰ ਪਛਤਾਤ ਭਾਵ ਗੁਰੂ ਅੰਗਦ ਦੇਵ ਜੀ ਤੋਂ ਬਾਅਦ ਗੁਰਿਆਈ ਮਿਲੀ। ਜਿਹੜੇ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਲਕ ਬਣੇ, ਉਹ ਵੀ ਸਤਿਗੁਰਾਂ ਦੇ ਜੀਵਨ ਇਤਿਹਾਸ ਦੀ ਕਥਾ ਸੁਣਨ ਲਈ ਬੈਠੇ ਹਨ। ਗੁਣ ਗੁਰਮੁਖ ਇੱਕ ਜੀਵਾ ਭਾਈ ਮਨ ਬਚ ਕਰਮ ਜਿਨ ਸੇਵ ਕਮਾਈ। ਭਾਈ ਸਾਹਿਬ ਜੀ ਕਹਿੰਦੇ ਇੱਕ ਹੋਰ ਸਿੱਖ ਗੁਰਮੁਖ ਰੂਹ, ਉਹ ਸੀ ਭਾਈ ਜੀਵਾ। ਇਹਦਾ ਇਤਿਹਾਸ ਵੀ ਬੜੇ ਕਮਾਲ ਦਾ ਹੈ, ਗੁਰੂ ਅੰਗਦ ਸਾਹਿਬ ਦੇ ਜੀਵਨ ਵਿੱਚ ਆਉਂਦਾ ਹੈ। ਬੜਾ ਕਮਾਲ ਦਾ ਸਿੱਖ ਸੀ
ਇਹ ਜੀਵਾ ਵੀ ਕਹਿੰਦੇ ਗੁਰੂ ਸਾਹਿਬ ਦੇ ਕੋਲ ਮਨ ਬਚ ਕਰਮ, ਜਿਨੇ ਮਨ ਕਰਕੇ ਬਚਨ ਕਰਕੇ ਕਰਮ ਕਰਕੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੜੀ ਸੇਵਾ ਕੀਤੀ ਹੈ। ਸ੍ਰੀ ਅੰਗਦ ਹਿਤ ਭੋਜਨ ਤਿਆਰੀ, ਕਰਤ ਪ੍ਰੀਤ ਸੋ ਰੁਚਤ ਸਵਾਰੀ। ਅਸਲ ਵਿੱਚ ਇਹ ਗੁਰੂ ਅੰਗਦ ਪਾਤਸ਼ਾਹ ਜੀ ਦਾ ਲਾਂਗਰੀ ਸੀ ਭਾਈ ਜੀਵਾ ਜੀ। ਕਹਿੰਦੇ ਉਹ ਭਾਈ ਜੀਵਾ ਵੀ ਆ ਕੇ ਬੈਠਾ ਏ, ਜਿਹੜਾ ਗੁਰੂ ਸਾਹਿਬ ਲਈ ਭੋਜਨ ਤਿਆਰ ਕਰਤਾ, ਕਰਤ ਪ੍ਰੀਤ ਸੋ ਰੁਚਰ ਸਵਾਰੀ, ਜਿਹੜਾ ਸਤਿਗੁਰਾਂ ਲਈ ਬੜੀ ਪ੍ਰੀਤ ਨਾਲ ਬੜੇ ਪਿਆਰ ਨਾਲ ਭੋਜਨ ਤਿਆਰ ਕਰਦਾ ਹੈ, ਪ੍ਰਸ਼ਾਦਾ ਤਿਆਰ ਕਰਦਾ ਹੈ। ਲਾਂਗਰੀ ਅੱਜ ਵੀ ਹੁੰਦੇ ਗੁਰਦੁਆਰਿਆਂ ਵਿੱਚ। ਹੁਣ ਅਸੀਂ ਤਾਂ ਕਦੇ ਇੱਥੇ ਕਦੇ ਕਿਤੇ ਕਦੇ ਕਿਤੇ ਦੇਖਦੇ ਹਾਂ ਕੀ ਹਾਲਾਤ ਨੇ। ਸਾਨੂੰ ਪਤਾ ਹੈ 4 ਬੰਦੇ ਆ ਜਾਣ ਲਾਂਗਰੀ ਨੂੰ ਮੌਤ ਪੈ ਜਾਂਦੀ ਹੈ। ਇਹ ਸੱਚਾਈ ਹੈ, ਅਸਲੀਅਤ ਹੈ, ਹਰ ਜਗ੍ਹਾ 'ਤੇ ਹੈ, ਇਹ ਨਹੀਂ ਹੈ। ਵੇਖੋ ਕੁਛ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਸਾਂਝੀਆਂ ਕਰ ਲੈਣੀਆਂ ਚਾਹੀਦੀਆਂ ਨੇ। ਦੇਖੋ ਕਦੀ ਕਿਸੇ ਗੁਰਮੁਖ ਗੁਰਸਿੱਖ ਪਰਿਵਾਰ ਦੇ ਘਰ ਪ੍ਰਸ਼ਾਦਾ ਛਕਣ ਜਾਂਦੇ ਹਾਂ ਨਾ ਅਸੀਂ, ਇਹ ਸੱਚਾਈ ਹੈ ਬੜੀ ਵੱਡੀ। ਭਾਈ ਸਾਹਿਬ ਵੀ ਬੈਠੇ ਨੇ, ਇਸ ਗੱਲ ਨੂੰ ਮੰਨਣਗੇ ਕਿ ਪਹਿਲੀ ਬੁਰਕੀ ਤੋੜ ਕੇ ਮੂੰਹ ਵਿੱਚ ਪਾਉਂਦਿਆਂ ਪਤਾ ਲੱਗ ਜਾਂਦਾ ਹੈ ਵੀ ਲੜਾਈ ਹੋ ਕੇ ਘਰੇ ਪ੍ਰਸ਼ਾਦਾ ਇਹ ਬਣਿਆ ਕਿ ਪਿਆਰ ਨਾਲ ਬਣਿਆ। ਪਹਿਲੀ ਬੁਰਕੀ ਤੋੜ ਕੇ ਮੂੰਹ 'ਚ ਪਾਉਂਦਿਆਂ ਪਤਾ ਲੱਗ ਜਾਂਦਾ ਕਿ ਰਸੋਈ ਵਿੱਚ ਪ੍ਰਸ਼ਾਦਾ ਬਣਾਉਣ ਵਾਲੇ ਦੀ ਹਾਲਤ ਕੀ ਸੀ। ਉਹ ਬੱਧਾ ਚੱਟੀ ਜੋ ਭਰੇ ਵਾਲੀ ਗੱਲ ਸੀ ਕਿ ਪਿਆਰ ਸੀ, ਪ੍ਰੇਮ ਸੀ। ਇਹ ਬੜੀ ਵੱਡੀ ਸੱਚਾਈ ਹੈ। ਭਾਈ ਸਾਹਿਬ ਨੇ ਜਿਹੜੇ ਬਚਨ ਕਹੇ ਨੇ, ਕਹਿੰਦੇ ਵੀ ਲਾਂਗਰੀ ਹੈ। ਗੁਰੂ ਅੰਗਦ ਪਾਤਸ਼ਾਹ ਇੱਕ ਖਿਚੜੀ ਬਣਾਉਂਦਾ ਹੁੰਦਾ ਸੀ ਗੁਰੂ ਸਾਹਿਬ ਵਾਸਤੇ ਭਾਈ ਜੀਵਾ, ਪਰ ਬਣਾਉਂਦਾ ਕਿਵੇਂ ਸੀ? ਸ਼ਬਦ ਨੇ ਕਰੈ ਪ੍ਰੀਤ ਸੋ ਰੁਚਰ ਸਵਾਰੀ। ਸਵਾਰ ਦਾ ਬਣਾਉਂਦਾ ਸੀ ਬੜੀ ਪ੍ਰੀਤ ਨਾਲ, ਬੜੇ ਪਿਆਰ ਨਾਲ। ਬਾਣੀ ਪੜ੍ਹਦਾ, ਸਤਿਗੁਰਾਂ ਦੇ ਵਾਸਤੇ ਇਹ ਪ੍ਰਸ਼ਾਦਾ ਤਿਆਰ ਕਰਦਾ ਸੀ। ਪਾਰੋ ਜੁਲ ਕਾ ਪੁਨ ਸਿਖੇ ਕੋ, ਪਰਮ ਹੰਸ ਕੋ ਜਾਸ ਵਿਵੇਕੋ। ਆ ਸਿੱਖ ਡੱਲੇ ਨਗਰ ਦਾ ਰਹਿਣ ਵਾਲਾ ਸੀ। ਸੁਲਤਾਨਪੁਰ ਲੋਧੀ ਦੇ ਨਾਲ ਹੀ ਇਹ ਨਗਰ ਡੱਲਾ। ਡੱਲੇ ਵਾਸੀ ਸੰਗਤ ਭਾਰੀ। ਤੁਸੀਂ ਹੈਰਾਨ ਰਹੋਗੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਡੱਲੇ ਨਗਰ ਵਾਸਤੇ ਇੱਕ ਪੂਰੀ ਦੀ ਪੂਰੀ ਪੌੜੀ ਉਚਾਰੀ। ਜੇ 72 ਸਿੱਖਾਂ ਦਾ ਨਾਮ ਲਿਆ, ਇੱਕੋ ਛੋਟੇ ਜਿਹੇ ਪਿੰਡ ਦਾ, ਜਿਹੜੇ ਗੁਰੂ ਦੇ ਸਿੱਖ ਸਨ। ਉਹਨਾਂ ਵਿੱਚੋਂ ਸ੍ਰੇਸ਼ਟ ਸੀ ਭਾਈ ਪਾਰੋ ਜੁਲਕਾ ਜੀ ਦਾ ਇੱਥੇ ਨਾਮ ਆਇਆ। ਅਤੇ ਪਤਾ ਗੁਰੂ ਸਾਹਿਬ ਨੇ ਉਹਦਾ ਨਾਮ ਕੀ ਰੱਖਿਆ ਸੀ? ਪਰਮਹੰਸ। ਦੇਖੋ, ਪਰਮਹੰਸ ਉਹਦਾ ਨਾਮ ਰੱਖਿਆ ਸੀ। ਇੱਕ ਤਾਂ ਹੰਸ ਹੋਇਆ ਅਤੇ ਪਰਮ ਸ਼੍ਰੇਸ਼ਟ ਹੰਸ, ਬਈ ਹੰਸਾਂ ਦਾ ਵੀ ਸ਼੍ਰੇਸ਼ਟ ਗੁਰੂ ਸਾਹਿਬ ਨੇ ਉਹਦਾ। ਇਹਦਾ ਇਤਿਹਾਸ ਵੀ ਬੜੇ ਕਮਾਲ ਦਾ ਹੈ। ਤੇਈਆ ਤਾਪ ਇਹੀ ਬੰਨ੍ਹ ਕੇ ਲੈ ਕੇ ਗਿਆ ਸੀ। ਕਹਿੰਦੇ ਇਸ ਸੰਗਤ ਵਿੱਚ ਸੁਣਨ ਵਾਲਿਆਂ ਵਿੱਚ ਭਾਈ ਪਾਰੋ ਜੁਲਕਾ ਵੀ ਹੈ। ਪਰਮਹੰਸ ਕੋ ਜਾਸ ਵਿਵੇਕੋ, ਜਿਹਦਾ ਨਾਮ ਪਰਮਹੰਸ, ਵੈਸੇ ਅਵਸਥਾ ਵੀ ਉਹਦੀ ਪਰਮਹੰਸ ਦੀ ਸੀ। ਇਹ ਸਿੱਖ ਵੀ ਆ ਕੇ ਬੈਠਾ ਹੈ। ਤਜਨ ਅਸਾਰ ਕਰੀਏ, ਪੈ ਅਪ ਕੀਜਿਓ ਹੰਸਨ ਰੀਤੀ। ਕਵੀ ਜੀ ਨੇ ਉਦਾਹਰਨ ਬੜੇ ਕਮਾਲ ਦੀ ਆ ਦਿੱਤੀ ਜੇ। ਕਹਿੰਦੇ ਇਹ ਪਾਰੋ ਜੁਲਕਾ ਪਰਮਹੰਸ ਉਹ ਸਿੱਖ ਹੈ ਜਿਹੜਾ ਸਾਰ ਨੂੰ ਗ੍ਰਹਿਣ ਕਰਨ ਵਾਲਾ, ਅਸਾਰ ਨੂੰ ਤਿਆਗਣ ਵਾਲਾ ਸੀ। ਮੈਂ ਸਿੱਧੇ ਜਿਹੇ ਅਰਥ ਕਰਾਂ, ਸਿੱਧੀ ਸਮਝ ਆਉਣ ਵਾਲੇ ਅਰਥ। ਗੁਰਮਤ ਦਾ ਧਾਰਨੀ ਅਤੇ ਦੁਰਮਤ ਦਾ ਤਿਆਗੀ ਸੀ। ਦੂਜੀ ਉਦਾਹਰਨ ਇਹਦੇ ਲਈ ਦਿੱਤੀ, ਪੈ ਅਪ, 2 ਸ਼ਬਦ ਵਰਤੇ ਨੇ। ਪੈ ਅਪ, ਦੁੱਧ ਅਤੇ ਪਾਣੀ। ਹੰਸ ਦੀ ਚੁੰਝ ਵਿੱਚ ਖਟਾਸ ਹੁੰਦੀ ਹੈ। ਧਿਆਨ ਦਿਆ ਜੇ, ਹੰਸ ਦੀ ਜਿਹੜੀ ਚੁੰਝ ਹੁੰਦੀ ਨਾ, ਉਹਦੇ 'ਚ ਖਟਾਸ ਹੁੰਦੀ ਹੈ। ਬਾਣੀ 'ਚ ਬੜੀਆਂ ਉਦਾਹਰਨਾਂ ਨੇ। ਕਹਿੰਦੇ ਹੰਸ ਜਿਹੜਾ ਹੈ ਨਾ, ਉਹ ਦੁੱਧ ਵਿੱਚੋਂ ਪਾਣੀ ਵੱਖ ਕਰਕੇ ਅਤੇ ਦੁੱਧ ਪੀ ਕੇ ਨਿਕਲ ਜਾਂਦਾ। ਪਾਣੀ ਨੂੰ ਕੁਛ ਨਹੀਂ ਹੁੰਦਾ। ਉਹਦਾ ਕਾਰਨ ਇਹ ਆ, ਪਰਮਾਤਮਾ ਨੇ ਉਹਦੀ ਚੁੰਝ ਨੂੰ ਖਟਾਸ ਦਿੱਤੀ। ਜਦੋਂ ਉਹ ਚੁੰਝ ਵਿੱਚ ਮਾਰਦਾ ਹੈ, ਦੁੱਧ ਫਟ ਜਾਂਦਾ ਹੈ, ਪਾਣੀ ਵੱਖ ਹੋ ਜਾਂਦਾ ਹੈ। ਉਹ ਦੁੱਧ ਖਿੱਚ ਕੇ ਅਤੇ ਉੱਡ ਜਾਂਦਾ ਹੈ। ਇੱਥੇ ਭਾਈ ਸਾਹਿਬ ਕਹਿੰਦੇ ਪੈ ਅਪ ਕੀ ਜਿਉ ਹੰਸਣ ਰੀਤੀ। ਇਹ ਵੀ ਇਸ ਤਰ੍ਹਾਂ ਹੈ। ਪਰਮਹੰਸ ਭਾਈ ਪਾਰੋ ਜੁਲਕਾ ਦੁੱਧ ਅਤੇ ਪਾਣੀ ਨੂੰ ਅੱਡ ਅੱਡ ਕਰਨ ਵਾਲਾ। ਭਾਵ ਗੁਰਮਤ ਦਾ ਧਾਰਨੀ ਹੈ ਅਤੇ ਦੁਰਮਤ ਦਾ ਤਿਆਗੀ। ਇਹ ਭਾਈ ਪਾਰੋ ਜੁਲਕਾ ਵੀ ਬੈਠਾ ਹੈ। ਸੈਨ ਸਰਸ ਇੱਕ ਚੰਗਾ ਨਹਾਈ, ਜਿਨ ਸਿੱਖੀ ਕੀ ਰੀਤ ਕਮਾਈ। ਭਾਈ ਸਾਹਿਬ ਕਹਿੰਦੇ ਇੱਕ ਢਿੰਗਾ ਸ਼ਬਦ ਹੈ, ਗੱਗਾ ਨਹੀਂ, ਮੰਗਾ। ਢਿੰਗਾ ਨਾਈ,
ਇਹ ਵੀ ਹੈ ਭਗਤ ਸੈਣ ਦੀ ਕੁਲ ਦੇ ਵਿੱਚੋਂ। ਇਹਨੇ ਵੀ ਸਿੱਖੀ ਦੀ ਰੀਤ ਕਮਾਈ ਹੈ। ਭਾ ਮੁਰੀਦ ਮੁਰਦੇ ਕੀ ਨਿਆਈ, ਗੁਰੂ ਗੋਰ ਮਹਿ ਕੀਨ ਸਮਾਈ। ਭਾਈ ਸਾਹਿਬ ਜੀ ਕਹਿੰਦੇ ਇਹ ਵੀ ਮੁਰਦੇ ਦੀ ਨਿਆਈ ਗੁਰੂ ਰੂਪੀ ਕਬਰ ਵਿੱਚ ਸਮਾਇਆ ਹੋਇਆ, ਭਾਵ ਆਪਣਾ ਆਪਾਂ ਸਮਰਪਿਤ ਕੀਤਾ। ਇਹ ਧਿੰਗਾ ਨਾਈ ਵੀ ਕਥਾ ਸੁਣਨ ਲਈ ਬੈਠਾ ਹੈ। ਇਤਿਆਦਕ ਜੋ ਸੇਵਕ ਪ੍ਰੇਮੀ, ਭਏ ਕਥਾ ਸੁਨਨੇ ਕੇ ਨੇਮੀ। ਭਾਈ ਸਾਹਿਬ ਕਹਿੰਦੇ ਇਹ ਤੇ ਇੱਥੇ ਆਦਿਕ ਕੁਝ ਹੋਰ ਵੀ ਸਿੱਖ ਜਿਹੜੇ ਪ੍ਰੇਮੀ, ਜਿਹੜੇ ਕਥਾ ਸੁਣਨ ਕੇ ਨੇਮੀ, ਨੇਮ ਜਿਨ੍ਹਾਂ ਨੇ ਬਣਾਇਆ ਕਿ ਕਥਾ ਮਿਸ ਨਹੀਂ ਕਰਨੀ, ਛੱਡਣੀ ਨਹੀਂ। ਕਈ ਹੋਰ ਸਿੱਖ ਵੀ ਮੌਜੂਦ ਹਨ। ਅਪਰ ਮਨੁਜ ਆਵੈ ਕਰ ਹੇਤੂ, ਸੁਨੇ ਕਥਾ ਬੇਦੀ ਕੁਲ ਕੇਤੂ। ਤੇ ਕਈ ਹੋਰ ਵੀ ਨੇ ਜਿਹੜੇ ਬੜਾ ਹੇਤ ਕਰਕੇ ਆਉਂਦੇ ਨੇ, ਬੇਦੀ ਕੁਲ ਕੇਤੂ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਆ ਕੇ ਸ਼ਰਵਣ ਕਰਦੇ ਹਨ। ਬਾਲਾ ਕਰਤੇ ਉਚਾਰ ਮੁਖ, ਪੈੜੇ ਲਿਖੀ ਸੁਧਾਰ। ਭਾਈ ਸਾਹਿਬ ਕਹਿੰਦੇ ਬਾਲਾ ਉਚਾਰ ਰਿਹਾ ਏ, ਬਾਲਾ ਸੁਣਾ ਰਿਹਾ ਏ, ਤੇ ਭਾਈ ਪੈੜਾ ਜੀ ਸੁਧਾਰ ਕੇ ਬੜੀ ਚੰਗੀ ਤਰ੍ਹਾਂ ਲਿਖਦੇ ਹਨ। ਲਿਖਵਾਈ ਅੰਗਦ ਗੁਰੂ, ਜਗ ਕੇ ਕਾਜ ਉਧਾਰ। ਕਹਿੰਦੇ ਬਾਲਾ ਜੀ ਬੋਲ ਰਹੇ ਨੇ, ਪੈੜਾ ਮੋਖਾ ਜੀ ਲਿਖ ਰਹੇ ਨੇ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਗਤ ਦੇ ਉਧਾਰ ਦੇ ਵਾਸਤੇ ਇਹ ਇਤਿਹਾਸ ਲਿਖਵਾਇਆ ਹੈ। ਸੋ ਸੁਨ ਵਰਣਨ ਕਰਤ ਕਵ, ਛੰਦ ਚੌਪਈ ਬੰਦ। ਭਾਈ ਸਾਹਿਬ ਦੇ ਬਚਨ ਵੇਖੋ, ਹੁਣ ਸੁਣਿਓ। ਕਹਿੰਦੇ ਸੋ ਸੁਣ ਵਰਣਨ ਕਰਤ ਕਵ, ਕਵੀ ਉਹ ਸਾਰਾ ਕੁਝ ਸੁਣ ਕੇ ਉਹਨੂੰ ਵਰਣਨ ਕਰਨ ਲੱਗਾ ਜੀ ਕਵੀ ਸੰਤੋਖ ਸਿੰਘ। ਕਿਵੇਂ? ਛੰਦ ਚੌਪਈ ਬੰਦ। ਛੰਦ ਕਿਹੜਾ ਹੈ? ਚੌਪਈ। ਬੜੇ ਛੰਦ ਨੇ ਇਹਦੇ ਵਿੱਚ, ਸੈਂਕੜੇ ਛੰਦ ਨੇ ਇਹਦੇ ਵਿੱਚ, ਇਸ ਗ੍ਰੰਥ ਵਿੱਚ। ਨਾਲ ਕਹਿੰਦੇ ਸ਼੍ਰੀ ਨਾਨਕ ਪਰਮਾਤਮਾ ਬੰਦਨ ਕਰ ਸੁਖ ਕੰਦ। ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਪਰਮਾਤਮਾ ਹਨ, ਜਿਨ੍ਹਾਂ ਨੂੰ ਹੱਥ ਜੋੜ ਕੇ ਬੰਦਨਾ ਸੁਖ ਕੰਦ, ਸੁੱਖਾਂ ਦੇ ਮੂਲ ਹਨ, ਉਹਨਾਂ ਦਾ ਜੀਵਨ ਇਤਿਹਾਸ ਭਾਈ ਬਾਲਾ ਜੀ ਬੋਲ ਰਹੇ ਨੇ, ਪੈੜਾ ਮੋਖਾ ਜੀ ਲਿਖ ਰਹੇ ਹਨ, ਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਲਿਖਵਾ ਰਹੇ ਹਨ। ਹੁਣ ਲਿਖਿਆ ਜਾ ਰਿਹਾ ਇਤਿਹਾਸ, ਕੀ ਕੁਝ ਇਹਦੇ ਵਿੱਚ ਹੋਏਗਾ ਅੱਗੇ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਆਗਮਨ ਦਾ ਕਾਰਨ ਕੀ ਸੀ ਇਹ ਪਹਿਲਾਂ ਆਏਗਾ, ਹਾਲਾਤ ਕੀ ਸਨ ਇੱਥੋਂ ਦੇ, ਤੇ ਇਹ ਆਪਾਂ ਹੁਣ ਕੱਲ੍ਹ ਵਿਚਾਰਾਂਗੇ ਕੀ ਰਹਿਮਤਾਂ ਅੱਗੇ ਹੋਣਗੀਆਂ। ਅੱਜ ਸਮਾਂ ਮੈਂ 5 ਮਿੰਟ ਉੱਪਰ ਲੈ ਗਿਆ। ਮਨ ਵਿੱਚ ਸੀ ਕਿ ਇਹ ਅਧਿਆਇ ਪੂਰਾ ਹੋ ਜਾਏ। ਇਹ ਅਧਿਆਇ ਪੂਰਾ ਹੋ ਗਿਆ। ਕੱਲ੍ਹ ਨੂੰ ਹੁਣ ਕਵੀ ਜੀ ਦੱਸਣਗੇ ਕਿ ਬਾਲਾ ਜੀ ਕੀ ਕੀ ਲਿਖਵਾ ਰਹੇ ਨੇ ਤੇ ਕਿਵੇਂ ਕੀ ਕੁਝ ਵਾਪਰ ਰਿਹਾ ਹੈ। ਸੋ ਸਤਿਗੁਰੂ ਰਹਿਮਤ ਕਰਨ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਗੁਰਸ਼ਬਦ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰੋ। ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।